ਅੱਜ ਜਿਹੜੀ ਗੱਲਬਾਤ ਤੁਹਾਡੇ ਨਾਲ ਅਸੀਂ ਕਰਨ ਜਾ ਰਹੇ ਹਾਂ ਉਹ ਵੀ ਇੱਕ ਕੁਦਰਤ ਦੇ ਨਾਲ ਹੋਣ ਜਾ ਰਹੀ ਛੇੜਛਾੜ ਤੇ ਆਉਣ ਵਾਲੇ ਸੰਕਟਾਂ ਬਾਰੇ ਜਿਹੜੀ ਇੱਕ ਗਹਿਰਾਈ ਨਾਲ ਅਸੀਂ ਉਸ ਪੱਖ ਤੋਂ ਤੁਹਾਨੂੰ ਜਾਣੂ ਕਰਾਉਣ ਦੇ ਲਈ ਜਿਹਦੇ ਬਾਰੇ ਕਿ ਅਸੀਂ ਬੜੇ ਅਵੇਸਲੇ ਬੈਠੇ ਤੇ ਸ਼ਾਇਦ ਸਾਨੂੰ ਅਹਿਸਾਸ ਵੀ ਨਹੀਂ ਹੈ ਕਿ ਸਾਡੇ ਨਾਲ ਇਹ ਜਿਹੜੀ ਵੱਡੀ ਇੱਕ ਹੋਰ ਸੰਕਟ ਦੀ ਸਥਿਤੀ ਹੈ ਸਾਡੇ ਪੰਜਾਬ ਦੇ ਵਿੱਚ, ਜਿਹੜਾ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਹੈ, ਜਿੱਥੋਂ ਅਸੀਂ ਪੰਜਾਬੀ ਜਿਹੜੇ ਜਿਹੜੇ ਜ਼ਿਆਦਾਤਰ ਜਿਹੜੇ ਪੰਜਾਬੀ ਨੇ ਪੰਜਾਬ ਤੋਂ ਆਏ ਨੇ ਤੇ ਸਾਨੂੰ ਭਾਵੇਂ ਅਸੀਂ ਦੂਰ ਦੇਸ਼ਾਂ 'ਚ ਬੈਠੇ ਹਾਂ, ਸਾਨੂੰ ਹਮੇਸ਼ਾ ਉੱਥੋਂ ਦੀ ਸਥਿਤੀ ਦਾ ਜਿਹੜਾ ਖਿਆਲ ਰਹਿੰਦਾ ਹੈ। ਸੋ ਪੰਜਾਬ ਦੇ ਵਿੱਚ ਜਿਹੜੀ ਰੀਸੈਂਟਲੀ ਜਿਹੜੀ ਇੱਕ ਵੱਡੀ ਸਮੱਸਿਆ ਆਉਣ ਵਾਲੀ ਹੈ ਸ਼ਾਇਦ, ਤੇ ਜੋ ਇਸ ਵਕਤ ਗੰਭੀਰ ਮਸਲਾ ਚੱਲ ਰਿਹਾ ਹੈ ਉਹ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਵੱਡੀ ਅਨਾਉਂਸਮੈਂਟ ਕੀਤੀ ਹੈ ਕਿ ਉਹ ਇਹਨਾਂ ਨੇ ਇੱਕ ਫੈਸਲਾ ਲਿਆ ਹੈ ਕਿ ਲੁਧਿਆਣੇ ਦੇ ਵਿੱਚ ਰਾਹੋਂ ਰੋਡ ਜਿਹੜਾ ਹੈਗਾ ਉਹਦੇ ਉੱਪਰ 4000 ਏਕੜ ਦੇ ਵਿੱਚ ਫੈਲੇ ਹੋਏ ਮੱਤੇਵਾੜਾ ਦੇ ਜੰਗਲ, ਤੇ ਸਰਕਾਰ ਨੇ ਇੱਕ ਫੈਸਲਾ ਲਿਆ ਹੈ ਕਿ ਉਹ ਜੰਗਲਾਂ ਦੇ ਲਾਗਲੇ ਪਾਸੇ ਇੱਕ ਸਨਅਤੀ ਪਾਰਕ ਕਾਰਖਾਨੇ ਇਹ ਲਗਾਉਣ ਦੀ ਜਿਹੜੀ ਹੈ ਉਹ ਮਨਜ਼ੂਰੀ ਜਿਹੜੀ ਹੈ ਸਰਕਾਰ ਵੱਲੋਂ ਦਿੱਤੀ ਗਈ ਹੈ। ਇਸ ਵੱਡੇ ਫੈਸਲੇ ਦਾ ਪੰਜਾਬ ਦੇ ਇਸ ਜੰਗਲਾਂ ਦੇ ਉੱਪਰ, ਉੱਥੋਂ ਦੇ ਕੁਦਰਤ ਦੇ ਉੱਪਰ ਕੀ ਅਸਰ ਪਏਗਾ, ਇਹਦੇ ਬਾਰੇ ਅੱਜ ਗਹਿਰਾਈ ਦੇ ਨਾਲ ਗੱਲ ਕਰਨ ਦੇ ਲਈ ਅਸੀਂ ਸਾਡੇ ਨਾਲ ਇੱਕ ਖਾਸ ਮਹਿਮਾਨ ਵੈਨਕੂਵਰ ਤੋਂ ਡਾਕਟਰ ਪ੍ਰਭ ਸ਼ਰਨਬੀਰ, ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ। ਸੋ ਡਾਕਟਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਮੈਂ ਬਹੁਤਾ ਸਮਾਂ ਨਾ ਲੈਂਦੇ ਹੋਏ ਉਹਨਾਂ ਨੂੰ ਆਪਣੇ ਨਾਲ ਅਸੀਂ ਸਟੂਡੀਓ ਵਿੱਚ ਨਾਲ ਜੋੜਦੇ ਹਾਂ ਜੀ। ਸੋ ਡਾਕਟਰ ਸਾਹਿਬ ਬਹੁਤ ਬਹੁਤ ਜੀ ਆਇਆਂ ਨੂੰ ਜੀ ਸਿੰਘ ਸਟੇਸ਼ਨ ਦੇ ਇਸ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਕਿ ਤੁਸੀਂ ਸਾਡੇ ਨਾਲ ਇਸ ਟਾਕ ਸ਼ੋ ਦੇ ਵਿੱਚ ਟਾਈਮ ਕੱਢਿਆ, ਤੁਸੀਂ ਸਮਾਂ ਕੱਢਿਆ। ਤੁਸੀਂ ਇੰਨੇ ਬਿਜ਼ੀ ਰਹਿੰਦੇ ਹੋ ਤੇ ਤੁਸੀਂ ਸਾਨੂੰ ਦੱਸਿਆ ਕਿ ਤੁਸੀਂ ਲਾਈਵ ਸ਼ੋ ਦੇ ਵਿੱਚ ਵੀ ਬਹੁਤ ਘੱਟ ਜਾਂਦੇ ਹੋ, ਬਟ ਤੁਸੀਂ ਸਾਡੀ ਜਿਹੜੀ ਰਿਕੁਐਸਟ ਹੈ ਉਹ ਕਬੂਲ ਕੀਤੀ ਤੇ ਇਸ ਜਿਹੜਾ ਬਹੁਤ ਹੀ ਜਿਹੜਾ ਇਹ ਮੁੱਦਾ ਜਿਹੜਾ ਵਿਚਾਰਨ ਵਾਲਾ ਹੈ ਉਹ ਅੱਜ ਉਹਦੇ ਬਾਰੇ ਤੁਸੀਂ ਜਿਹੜੀ ਗੱਲਬਾਤ ਕਰਨ ਲਈ ਸਮਾਂ ਕੱਢਿਆ ਤੇ ਉਹਦੇ ਲਈ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਜੀ ਤੁਹਾਡੇ ਨਾਲ ਗੱਲਬਾਤ ਕਰਨੀ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸੋ ਸਭ ਤੋਂ ਪਹਿਲਾਂ ਥੋੜਾ ਜਿਹਾ ਸਾਨੂੰ ਆਪਣੇ ਬਾਰੇ ਜ਼ਰੂਰ ਦੱਸੋ ਤੁਸੀਂ ਕਿ ਤੁਸੀਂ ਵੈਨਕੂਵਰ ਦੇ ਵਿੱਚ ਕੀ ਕਰਦੇ ਹੋ ਤੇ ਥੋੜੀ ਆਪਣੀ ਬੈਕਗ੍ਰਾਉਂਡ ਬਾਰੇ। ਮੈਂ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਫਿਲਾਸਫੀ ਦੀ ਐਮਏ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਕੈਨੇਡਾ ਦੇ ਵਿੱਚ ਇੱਥੋਂ ਇੰਟਰਡਿਸਪਲਿਨਰੀ ਸਟੱਡੀਜ਼ ਦੀ PhD ਕੀਤੀ ਹੈ। ਸੋ ਮੇਰੀ ਜਿਹੜੀ PhD ਹੈ ਉਹਦਾ ਵੀ ਸੰਬੰਧ ਕੁਦਰਤ ਨਾਲ ਹੈਗਾ, ਕਿਉਂਕਿ ਮੈਂ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਅਸੀਂ ਰਹਿ ਰਹੇ ਹਾਂ ਤੇ ਇਹ ਟੈਕਨੋਲੋਜੀ ਨੇ ਕੁਦਰਤ ਨਾਲ ਜੋ ਕੁਛ ਕੀਤਾ ਉਹ ਤੇ ਜਿਹੜਾ ਉਜਾੜਾ ਕੀਤਾ ਕੁਦਰਤ ਦਾ ਟੈਕਨੋਲੋਜੀ ਨੇ, ਕੁਦਰਤ ਨੂੰ ਬਚਾਉਣ ਦੇ ਵਿੱਚ ਸਿੱਖ ਸਪਿਰਿਚੁਅਲਿਟੀ, ਗੁਰਬਾਣੀ ਕੀ ਰੋਲ ਅਦਾ ਕਰ ਸਕਦੀ ਹੈ। ਸੋ ਇਹਦੇ ਬਾਰੇ ਮੈਂ ਹੁਣ ਹਾਲ ਹੀ ਵਿੱਚ ਥੀਸਿਸ ਜਿਹੜਾ ਉਹ ਲਿਖ ਕੇ ਹਟਿਆ। ਇਹ ਮੇਰੀ ਖੋਜ ਹੈ ਤੇ ਅੱਜ ਕੱਲ੍ਹ ਮੈਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੋਸ਼ੀਓਲੋਜੀ ਪੜ੍ਹਾ ਰਿਹਾ। ਬਿਲਕੁਲ, ਹਾਂਜੀ ਹਾਂਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਕੁਦਰਤ ਨਾਲ ਮੈਨੂੰ ਵਾਕਈ ਬਹੁਤ ਪਿਆਰ ਹੈ। ਮੈਂ ਆਮ ਕਰਕੇ ਜਿਹੜਾ ਮੇਰਾ ਸ਼ੌਕ ਆ ਫੋਟੋਗ੍ਰਾਫੀ ਕਰਨਾ, ਮੈਂ ਕੁਦਰਤੀ ਇਲਾਕਿਆਂ ਦੇ ਵਿੱਚ, ਜੰਗਲਾਂ ਦੇ ਵਿੱਚ, ਪਹਾੜਾਂ, ਲੇਕ, ਝਰਨੇ, ਉਹਨਾਂ ਦੀ ਜਿਹੜੀ ਆ ਫੋਟੋਗ੍ਰਾਫੀ ਕਰਦਾ ਰਹਿੰਦਾ। ਤੇ ਪਿਛਲੇ ਹਫ਼ਤੇ ਹੀ ਮੈਂ ਇੱਕ ਨਵਾਂ ਸ਼ੌਕ ਆ ਜਿਹੜਾ ਉਹ ਸ਼ੁਰੂ ਕੀਤਾ, ਉਹ ਹੈਗਾ ਪੰਛੀਆਂ ਦਾ, ਕਿ ਪੰਛੀ ਬਰਡਿੰਗ ਆ ਜਿਹੜੀ, ਪੰਛੀ ਦੇਖਣੇ, ਉਹਨਾਂ ਦੀਆਂ ਫੋਟੋਆਂ ਖਿੱਚਣੀਆਂ, ਉਹ ਮੈਂ ਕੰਮ ਹਜੇ ਸ਼ੁਰੂ ਹੀ ਕੀਤਾ। ਸੋ ਮੈਂ ਕੱਲ ਥੋੜੀਆਂ ਜਿਹੀਆਂ ਫੋਟੋਆਂ ਖਿੱਚੀਆਂ ਵੀ ਆ। ਸੋ ਇੱਥੇ ਕਾਫੀ ਵੈਨਕੂਵਰ ਦੇ ਵਿੱਚ ਬਹੁਤ ਵਧੀਆ ਮਾਹੌਲ ਆ, ਬਹੁਤ ਕੁਦਰਤੀ ਵਾਤਾਵਰਨ ਹੈ ਤੇ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਕੇ। ਬਿਲਕੁਲ, ਅਸੀਂ ਤੁਹਾਡਾ ਕੁਦਰਤ ਨਾਲ ਜਿਹੜਾ ਪਿਆਰ ਆ ਉਹ ਦੇਖ ਵੀ ਸਕਦੇ ਹਾਂ ਕਿ ਤੁਸੀਂ ਖਾਸ ਜਿਹੜੀ ਜਗ੍ਹਾ ਚੁਣੀ ਹੈ ਇਸ ਇੰਟਰਵਿਊ ਕਰਨ ਦੇ ਲਈ, ਉਹ ਤੋਂ ਵੀ ਬਹੁਤ ਵਧੀਆ ਜਿਹੜਾ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ। ਤੇ ਨਾਲ ਹੀ ਮੈਂ ਤੁਹਾਡਾ ਪ੍ਰੋਫਾਈਲ ਵੀ ਦੇਖਿਆ ਸੀ, ਤੁਸੀਂ ਰੀਸੈਂਟਲੀ ਜਿਹੜੀ ਫੋਟੋਗ੍ਰਾਫੀ ਕੀਤੀ ਹੈ ਬਹੁਤ ਬਾਕਮਾਲ ਸੀ। ਸੋ ਇਹ ਜਿਹੜੀ ਇਹ ਭਾਵਨਾਵਾਂ ਜਿਹੜੀਆਂ, ਜਦੋਂ ਕਹਿੰਦੇ ਨਾ ਕਿਸੇ ਚੀਜ਼ ਨਾਲ ਪਿਆਰ ਹੁੰਦਾ ਤੇ ਖੁਦ ਬਖੁਦ ਸਾਡੇ ਜਿਹੜੇ ਸ਼ੌਂਕ ਨੇ ਉਹ ਸ਼ੌਂਕ ਵੀ ਉਸੇ ਤਰ੍ਹਾਂ ਹੀ ਜਿਹੜੇ ਵੱਧਦੇ ਫੁੱਲਦੇ ਨੇ। ਸੋ ਇੱਕ ਬੜੀ ਵੱਡੀ ਜਿਹੜੀ ਗੱਲ ਹੈ। ਸੋ ਡਾਕਟਰ ਸਾਹਿਬ, ਅਸੀਂ ਗੱਲ ਕਰਦੇ ਹਾਂ ਮੱਤੇਵਾੜਾ ਦੇ ਜੰਗਲਾਂ ਦੀ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਦਾ ਸਾਨੂੰ ਇਸ ਖਬਰ ਬਾਰੇ ਪਤਾ ਲੱਗਾ ਹੈ ਕਿ ਉੱਥੋਂ ਦੀ ਜਿਹੜੀ ਜੰਗਲਾਤ ਹੈ ਉਹਨੂੰ ਉਜਾੜਨ ਦੇ ਜਿਹੜੇ ਵਸੀਲੇ ਹੈ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਨੇ, ਤੇ ਜਿੰਨੇ ਵੀ ਪੰਜਾਬੀ ਪੰਜਾਬ ਨਾਲ ਪਿਆਰ ਕਰਦੇ ਨੇ ਤੇ ਉਹ ਸਾਰਿਆਂ ਦੇ ਜਿਹੜੇ ਹਿਰਦੇ ਬੜੇ ਵਲੂੰਧਰੇ ਗਏ ਨੇ ਇਹ ਖਬਰ ਨੂੰ ਸੁਣ ਕੇ, ਤੇ ਇੱਕ ਲੋਕ ਲਹਿਰ ਜਿਹੜੀ ਹੈ ਉਹ ਬਣਦੀ ਨਜ਼ਰ ਆ ਰਹੀ ਹੈ।
ਸੋ ਸਭ ਤੋਂ ਪਹਿਲਾਂ ਤੁਸੀਂ ਵੀ ਸਾਨੂੰ ਦੱਸੋ ਕਿ ਮੱਤੇਵਾੜ ਜਿਹੜੇ ਜੰਗਲ ਨੇ, ਇਹਨਾਂ ਦੀ ਪੰਜਾਬ ਵਾਸਤੇ ਕੀ ਅਹਿਮੀਅਤ ਹੈਗੀ ਹੈ? ਦੇਖੋ ਜੀ, ਕਿਸੇ ਵੀ ਇਲਾਕੇ ਵਾਸਤੇ ਜੰਗਲ ਆ ਜਿਹੜੇ ਉਹ ਬਹੁਤ ਵੱਡੀ ਅਹਿਮੀਅਤ ਰੱਖਦੇ ਆ। ਜੰਗਲਾਂ ਨੂੰ ਇਲਾਕੇ ਦੇ ਫੇਫੜਿਆਂ ਦਾ ਨਾਂ ਦਿੱਤਾ ਜਾਂਦਾ। ਜਿਵੇਂ ਹੁਣ ਜੀ, ਅੱਜ ਕੱਲ੍ਹ ਜਦੋਂ ਦੀ ਇਹ ਬਹਿਸ ਸ਼ੁਰੂ ਹੋਈ ਆ, ਉਦੋਂ ਦਾ ਇਹ ਕਿਹਾ ਜਾ ਰਿਹਾ ਕਿ ਲੁਧਿਆਣਾ ਸ਼ਹਿਰ ਜਿਹੜਾ ਕਿ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉਹਦੇ ਜੀ, ਫੇਫੜਿਆਂ ਦਾ ਕੰਮ ਕਰਦੇ ਆ ਮੱਤੇਵਾੜਾ ਜੰਗਲ। ਜੀ, ਤੇ ਇਸੇ ਤਰ੍ਹਾਂ ਹੀ ਵੱਡੇ ਸ਼ਹਿਰ ਆ ਜਿਹੜੇ ਸਨਅਤੀ ਸ਼ਹਿਰ ਆ, ਖਾਸ ਕਰਕੇ ਉਹਨਾਂ ਦੇ ਆਲੇ ਦੁਆਲੇ ਦੁਨੀਆ ਭਰ ਦੇ ਵਿੱਚ ਸਰਕਾਰਾਂ ਵੱਲੋਂ ਵੱਡੇ ਜੰਗਲ ਆ ਜਿਹੜੇ ਉਹ ਲਗਾਏ ਜਾਂਦੇ ਆ। ਜਿਹੜੇ ਪਹਿਲਾਂ ਦੇ ਜੰਗਲ ਲੱਗੇ ਵੀ ਹੋਣ, ਉਹਨਾਂ ਨੂੰ ਜੀ। ਬਚਾ ਕੇ ਰੱਖਿਆ ਜਾਂਦਾ। ਸੋ ਇਹ ਦੁਨੀਆ ਦੇ ਵਿੱਚ ਰਵਾਇਤ ਆ। ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਲੱਗਾ ਕਿ ਇੱਕ ਸਨਅਤੀ ਸ਼ਹਿਰ ਜਿਹਦਾ ਨਾਂ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਆਉਂਦਾ, ਉਹਦੇ ਨੇੜਲਾ ਜੰਗਲ ਆ ਜਿਹੜਾ, ਉਹਨੂੰ ਉਜਾੜਿਆ ਜਾ ਰਿਹਾ ਸਰਕਾਰ ਵੱਲੋਂ। ਸੋ ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਰਕਾਰ ਨੇ ਹਾਲ ਹੀ ਵਿੱਚ ਇਹ ਸਪਸ਼ਟ ਕੀਤਾ ਕਿ ਜੰਗਲ ਨੂੰ ਪੱਟ ਕੇ ਸਨਅਤ ਨਹੀਂ ਲਗਾਈ ਜਾਣੀ, ਜੰਗਲ ਦੇ ਨਾਲ ਲੱਗਦੀ ਜ਼ਮੀਨ ਤੇ ਸਨਅਤ ਲੱਗਣੀ ਹੈ। ਸੋ ਜੰਗਲ ਆ ਜਿਹੜਾ ਉਹਨੂੰ ਉਜਾੜਿਆ ਨਹੀਂ ਜਾਣਾਗਾ। ਪਰ ਮੈਂ ਸਰਕਾਰ ਦੀ ਇਸ ਗੱਲ ਨਾਲ ਸਹਿਮਤ ਨਹੀਂ। ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਉਹ ਜੰਗਲ ਦੇ ਨਾਲ ਲੱਗਦੀ ਜ਼ਮੀਨ ਤੇ ਵੀ ਸਨਅਤਾਂ ਲਾਉਂਦੇ ਆ, ਉਹਦਾ ਵੀ ਬਹੁਤ ਮਾੜਾ ਪ੍ਰਭਾਵ ਜੰਗਲ ਤੇ ਪੈਣਾ। ਉਹਦੇ ਨਾਲ ਹੋਣਾ ਕੀ ਆ ਕਿ ਜੰਗਲ ਆ ਜਿਹੜਾ, ਜੰਗਲ ਦੀ ਇਕੋਲੋਜੀ ਆ ਜਿਹੜੀ, ਉਹ ਬੜੀ ਸੂਖਮ ਹੁੰਦੀ ਆ। ਉਹਦੇ ਵਿੱਚ ਨਾ ਥੋੜੀ ਜਿਹੀ ਡਿਸਟਰਬੈਂਸ ਨਾਲ ਵੀ ਗੜਬੜ ਪੈਦਾ ਹੋ ਜਾਂਦੀ ਆ। ਜਿਹੜੇ ਉੱਥੇ ਜੰਗਲੀ ਜੀਵ ਰਹਿੰਦੇ ਆ, ਜਿਹੜਾ ਉਸ ਸਨਅਤ ਨੇ ਸ਼ੋਰ ਸ਼ਰਾਬਾ ਪੈਦਾ ਕਰਨਾ, ਉਹਦਾ ਜੀਵਾਂ ਤੇ ਕੀ ਅਸਰ ਹੋਣਾ? ਜਿਹੜਾ ਉੱਥੇ ਲਾਈਟ ਪੋਲਿਊਸ਼ਨ ਪੈਦਾ ਹੋਣਾ, ਉਹਦਾ ਜੀਵਾਂ ਤੇ ਕੀ ਅਸਰ ਹੋਣਾ? ਜਿਹੜਾ ਉਹਦਾ ਗੰਦ ਮੰਦ ਆ ਜਿਹੜਾ ਉਹ ਦਰਿਆ ਦੇ ਵਿੱਚ ਸਿੱਟਿਆ ਜਾਣਾ, ਉਹਦਾ ਆਲੇ ਦੁਆਲੇ ਤੇ ਕੀ ਅਸਰ ਪੈਣਾ? ਜਦੋਂ ਉੱਥੇ ਏਡੇ ਵੱਡੇ ਪੱਧਰ ਤੇ ਆਬਾਦੀ ਹੈ ਜਿਹੜੀ, ਕਿਉਂਕਿ ਜਿੱਥੇ ਸਨਅਤ ਆਊਗੀ ਉੱਥੇ ਲੇਬਰ ਵੀ ਆਊਗੀ, ਉੱਥੇ ਆਬਾਦੀ ਵੀ ਵਧੂਗੀ। ਜਦੋਂ ਏਡੇ ਵੱਡੇ ਪੱਧਰ ਤੇ ਆਬਾਦੀ ਵੱਧ ਗਈ, ਸਰਕਾਰ ਕੋਲੇ ਕੀ ਤਰੀਕੇ ਆ ਕਿ ਉਹ ਉੱਥੇ ਇੱਕਦਮ ਇੰਨੀ ਆਬਾਦੀ ਵਧਣ ਨਾਲ ਜਿਹੜਾ ਜੰਗਲ ਦਾ ਵਢਾਂਗਾ ਹੋਣਾ, ਆਮ ਲੋਕਾਂ ਨੇ ਬਾਲਣ ਵਾਸਤੇ ਜਾਂ ਹੋਰ ਕੰਮਾਂ ਵਾਸਤੇ ਵੱਢ ਲੈਣਾ ਜੰਗਲ, ਉਹਦੀ ਰੋਕਥਾਮ ਦੇ ਕੀ ਤਰੀਕੇ ਹੋਣਗੇ? ਦੂਜੀ ਗੱਲ, ਜਦੋਂ ਉੱਥੇ ਆਬਾਦੀ ਆ ਜਿਹੜੀ ਉਹ ਵਧੂਗੀ ਇੱਕਦਮ, ਤਾਂ ਜਿਹੜਾ ਜੰਗਲੀ ਜੀਵਾਂ ਨੂੰ ਕੁਛ ਲੋਕ ਆ ਜਿਹੜੇ ਉਹਨਾਂ ਨੂੰ ਮਾਰ ਕੇ ਖਾਣ ਵਾਸਤੇ ਉਹਨਾਂ ਦਾ ਸ਼ਿਕਾਰ ਵੀ ਕਰਨਗੇ। ਸੋ ਜੰਗਲੀ ਜੀਵ ਵੀ ਖਤਰੇ 'ਚ ਪੈਣੇ ਆ ਤੇ ਜੰਗਲ ਦੀ ਹੋਂਦ ਵੀ ਖਤਰੇ ਦੇ ਵਿੱਚ ਪੈਣੀ ਹੈ ਜੇ ਉੱਥੇ ਉਹਦੇ ਨਾਲ ਵੀ ਸਨਅਤ ਲੱਗਦੀ ਹੈ। ਦੂਸਰੀ ਗੱਲ ਵੀ, ਮੈਨੂੰ ਇਹ ਪੂਰਾ ਭਰੋਸਾ ਵੀ ਨਹੀਂ ਸਰਕਾਰ ਤੇ ਕਿ ਸਰਕਾਰ ਦੀ ਇਹ ਗੱਲ ਸੱਚੀ ਹੋਵੇ। ਹੋ ਸਕਦਾ ਸਰਕਾਰ ਆ ਜਿਹੜੀ ਉਹ ਅੱਜ ਕੱਲ੍ਹ ਹਾਲਾਤ ਨੂੰ ਸ਼ਾਂਤ ਕਰਨ ਵਾਸਤੇ, ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਵਾਸਤੇ ਇਹ ਬਿਆਨ ਦਿੱਤਾ ਹੋਵੇ ਤੇ ਬਾਅਦ ਦੇ ਵਿੱਚ ਉਹ ਚੁੱਪ ਚਪੀਤੇ ਆ ਜੰਗਲ ਦਾ ਇੱਕ ਹਿੱਸਾ ਜਿਹੜਾ ਉਹ ਉਜਾੜ ਵੀ ਦੇਣ। ਸੋ ਇਸ ਗੱਲ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ। ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਅੱਗੇ ਵਧਣ ਤੋਂ ਪਹਿਲਾਂ, ਕਿ ਹਰ ਇਲਾਕੇ ਦਾ ਇੱਕ ਖਾਸ ਰਕਬਾ ਜਿਹੜਾ ਉਹ ਜੰਗਲ ਦੇ ਹੇਠਾਂ ਹੁੰਦਾ। ਉਹਨੂੰ ਆਮ ਕਰਕੇ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਫੋਰੈਸਟ ਕਵਰ। ਸੋ ਉਹਦੀ ਟੋਟਲ ਜਿਹੜਾ ਆਪਣਾ ਖੇਤਰਫਲ ਹੈ ਇਲਾਕੇ ਦਾ, ਉਹਦੀ ਪਰਸੈਂਟੇਜ ਹੁੰਦੀ ਹੈ। ਸੋ ਇਹ ਵੇਖਣਾ ਹੁੰਦਾ ਵੀ ਕਿਸੇ ਇਲਾਕੇ ਦੇ ਜੰਗਲ ਹੇਠਲੇ ਰਕਬੇ ਦੀ ਪਰਸੈਂਟੇਜ ਕਿੰਨੀ ਹੈ। ਤੇ ਤੁਸੀਂ ਜਦੋਂ ਇਹ ਪਰਸੈਂਟੇਜ ਸੁਣੋਗੇ, ਤੁਸੀਂ ਹੈਰਾਨ ਰਹਿ ਜਾਓਗੇ ਕਿ ਪੰਜਾਬ ਦੀ ਸਥਿਤੀ ਕਿੰਨੀ ਭਿਅੰਕਰ ਹੈ। ਪੰਜਾਬ ਦੇ ਵਿੱਚ ਜੰਗਲ ਹੇਠਲਾ ਰਕਬਾ ਕੁੱਲ ਰਕਬੇ ਦਾ ਬਣਦਾ ਹੈ 3.65%। 3.65%। ਉਹਦੇ ਮੁਕਾਬਲੇ ਤੇ ਇੰਡੀਆ ਦਾ ਕਿੰਨਾ ਹੈ? ਪੂਰੇ ਭਾਰਤ ਦਾ 21.67%। ਪੂਰੇ ਭਾਰਤ ਦਾ ਜੰਗਲ ਹੇਠਲਾ ਰਕਬਾ ਹੈਗਾ 21.67% ਤੇ ਪੰਜਾਬ ਦਾ ਜੰਗਲ ਹੇਠਲਾ ਰਕਬਾ ਹੈਗਾ 3.65%। ਪੰਜਾਬ ਦੇ ਮੁਕਾਬਲੇ ਜੇ ਤੁਸੀਂ ਰਾਜਸਥਾਨ ਦੀ ਗੱਲ ਕਰ ਲਓ, ਰਾਜਸਥਾਨ ਹਾਲਾਂਕਿ ਰੇਗਿਸਤਾਨ ਆ, ਉੱਥੇ ਰੇਤਾ ਹੈ, ਉੱਥੇ ਇਹ ਲੋਕਾਂ ਦੇ ਮਨਾਂ ਦੇ ਵਿੱਚ ਇਹ ਤਸਵੀਰ ਬਣੀ ਹੋਈ ਆ ਕਿ ਰਾਜਸਥਾਨ ਦੇ ਵਿੱਚ ਤਾਂ ਪਾਣੀ ਵੀ ਹੈ ਨਹੀਂਗਾ, ਉੱਥੇ ਤਾਂ ਕੋਈ ਦਰਖਤ ਦੇਖਣ ਨੂੰ ਨਹੀਂ ਮਿਲਦਾ। ਰਾਜਸਥਾਨ ਦੇ ਵਿੱਚ ਜੰਗਲ ਹੇਠਲਾ ਰਕਬਾ 4.84% ਹੈ, ਪੰਜਾਬ ਨਾਲੋਂ ਕਿਤੇ ਵੱਧ ਆ। 4.84%। ਰਾਜਸਥਾਨ ਦੇ ਜੇ ਤੁਸੀਂ ਉਦੈਪੁਰ ਵਾਲੇ ਇਲਾਕੇ ਵੱਲ ਜਾਓ ਤਾਂ ਪੂਰਾ ਹਰਿਆ ਭਰਿਆ ਜੰਗਲ ਹੀ ਜੰਗਲ ਉੱਥੇ ਤੁਹਾਨੂੰ ਦਿਸੂਗਾ। ਰਣਥੰਭੌਰ ਜੰਗਲ ਹੈ, ਉਹ ਵੀ ਬਹੁਤ ਪ੍ਰਸਿੱਧ ਹੈ। ਹੋਰ ਹੈਰਾਨੀ ਦੀ ਗੱਲ ਸੁਣੋ, ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਹੈ ਭਾਰਤ ਦੀ ਰਾਜਧਾਨੀ ਦਿੱਲੀ। ਦਿੱਲੀ ਦਾ ਜੰਗਲ ਹੇਠਲਾ ਰਕਬਾ 12.97% ਹੈ, ਪੰਜਾਬ ਤੋਂ 3-4 ਗੁਣਾ ਜ਼ਿਆਦਾ। 12.97% ਦਿੱਲੀ ਦਾ ਰਕਬਾ ਤੇ 3.65% ਆ ਜਿਹੜਾ ਉਹ
ਪੰਜਾਬ ਦਾ ਰਕਬਾ। ਉਹਦੇ ਮੁਕਾਬਲੇ ਇੱਥੇ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸਟੇਟ ਜਿੱਥੇ ਮੈਂ ਰਹਿੰਦਾ, ਇਹਦਾ ਰਕਬਾ ਹੈਗਾ 60% ਤੋਂ ਉੱਤੇ। ਕੀ ਬਾਤ ਹੈ ਜੀ। 60% ਤੋਂ ਉੱਤੇ। ਹੁਣ ਤੁਸੀਂ ਦੇਖੋ ਜਿਹੜਾ ਲਿਵਿੰਗ ਸਟੈਂਡਰਡ ਆ, ਜਿਹੜਾ ਆਮ ਲੋਕਾਂ ਨੂੰ ਖੁੱਲੀ ਹਵਾ ਦੇ ਵਿੱਚ ਸਾਹ ਮਿਲਣਾ ਆ, ਉਹਨਾਂ ਦੀ ਸਿਹਤ ਵਾਸਤੇ ਕਿੰਨਾ ਵਧੀਆ ਹੋਣਾ। ਹੈਲਥ ਸਰਵਿਸਿਜ਼ ਆ ਜਿਹੜੀਆਂ, ਉਹਨਾਂ ਤੇ ਕਿੰਨਾ ਘੱਟ ਭਾਰ ਪੈਣਾ ਹੈ। ਜਿੰਨਾ ਘੱਟ ਪੋਲਿਊਸ਼ਨ ਹੋਊਗਾ, ਉਹਦੇ ਕਿੰਨੇ ਜ਼ਿਆਦਾ ਇਕਨੋਮਿਕ ਫਾਇਦੇ ਵੀ ਉਹਦੇ ਬਹੁਤ ਜ਼ਿਆਦਾ ਹੁੰਦੇ ਆ ਪੋਲਿਊਸ਼ਨ ਨਾ ਹੋਣ ਤੇ। ਕਿਉਂਕਿ ਜਿੰਨਾ ਵੱਧ ਪ੍ਰਦੂਸ਼ਣ ਹੋਊਗਾ, ਉਹਨਾਂ ਵੱਧ ਲੋਕੀ ਬਿਮਾਰ ਹੋਣਗੇ, ਉਹਨਾਂ ਵੱਧ ਉਹ ਦਵਾਈ ਲੈਣਗੇ, ਉਹਨਾਂ ਘੱਟ ਉਹ ਕੰਮ ਕਰਨਗੇ। ਆਰਥਿਕਤਾ ਨੂੰ ਵੀ ਉਹਦਾ ਨੁਕਸਾਨ ਹੈ। ਸੋ ਸਰਕਾਰ ਜਦੋਂ ਫੈਸਲੇ ਲੈਂਦੀ ਹੈ, ਉਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਗਿਣਤੀ ਮਿਣਤੀ ਦੇ ਵਿੱਚ ਲੈ ਕੇ ਨਹੀਂ ਆਉਂਦੀ। ਉਹ ਸਿੱਧਾ ਉਹਨਾਂ ਦਾ ਜਿਹੜੇ ਵੱਡੇ ਸਨਅਤੀ ਘਰਾਣੇ ਹੁੰਦੇ ਆ, ਉਹਨਾਂ ਨਾਲ ਉਹਨਾਂ ਦਾ ਕੋਈ ਗੰਢ ਧੁੱਪ ਹੁੰਦਾ, ਤੇ ਚੁੱਪ ਚਪੀਤੇ ਉਹਨਾਂ ਨੂੰ ਸਸਤੇ ਭਾਅ ਜਿੱਥੋਂ ਵੀ ਜ਼ਮੀਨ ਉਹ ਦੇ ਸਕਦੇ ਆ, ਉਹ ਜ਼ਮੀਨ ਉਹਨਾਂ ਨੂੰ ਦੇ ਦਿੰਦੇ ਆ। ਚਾਹੀਦਾ ਤਾਂ ਇਹ ਹੈ ਕਿ ਜੇ ਸਰਕਾਰ ਕੋਲੇ ਜੰਗਲ ਦੇ ਨਾਲ ਲੱਗਦੀ ਜ਼ਮੀਨ ਸਰਕਾਰ ਕੋਲੇ ਹੈਗੀ ਆ, ਸਰਕਾਰੀ ਜ਼ਮੀਨ ਆ ਉਹ, ਤੇ ਉੱਥੇ ਵੀ ਜੰਗਲ ਲਾਇਆ ਜਾਵੇ। ਉੱਥੇ ਜੰਗਲ ਕਿਉਂ ਨਹੀਂ ਲਾਇਆ? ਬਿਲਕੁਲ, ਫਿਰ ਤਾਂ ਉੱਥੇ ਵੀ ਜੰਗਲ ਲੱਗਣਾ ਚਾਹੀਦਾ। ਸਰਕਾਰੀ ਜ਼ਮੀਨ ਜਿੰਨੀ ਵੀ ਵਿਹਲੀ ਪਈ ਆ, ਉਹਦੇ ਤੇ ਜੰਗਲ ਲੱਗਣਾ ਚਾਹੀਦਾ। ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਪੰਜਾਬ ਦਾ ਜੰਗਲ ਹੇਠਲਾ ਰਕਬਾ ਬਹੁਤ ਹੀ ਘੱਟ ਹੈ, 3.65%। ਦੁਨੀਆ ਦੇ ਵਿੱਚ ਬਹੁਤ ਥੋੜੇ ਜਗ੍ਹਾ ਹੋਣਗੇ ਜਿੱਥੇ ਇੰਨਾ ਘੱਟ ਜੰਗਲ ਹੇਠਲਾ ਰਕਬਾ ਹੋਊਗਾ। ਸੋ ਇਸ ਕਰਕੇ ਇਹ ਜੰਗਲ ਦਾ ਇੱਕ ਦਰਖਤ ਵੀ ਨਹੀਂ ਵੱਢਿਆ ਜਾਣਾ ਚਾਹੀਦਾ, ਨਾ ਹੀ ਇਹਦੇ ਨੇੜੇ ਤੇੜੇ ਘੱਟੋ ਘੱਟ 20-25 ਕਿਲੋਮੀਟਰ ਦੇ ਘੇਰੇ ਦੇ ਵਿੱਚ ਕੋਈ ਸਨਅਤ ਲੱਗਣੀ ਚਾਹੀਦੀ ਹੈ। ਬਿਲਕੁਲ, ਤੁਸੀਂ ਬਹੁਤ ਹੀ ਹੈਰਾਨੀਜਨਕ ਜਿਹੜੇ ਤੱਥ ਦੱਸੇ ਨੇ ਇਹਦੇ ਬਾਰੇ, ਕਿ ਸਾਨੂੰ ਵੀ ਨਹੀਂ ਪਤਾ ਹੈਗਾ ਕਿ ਦੇਖੋ ਇਹ ਰੇਗਿਸਤਾਨ ਜਿਹੜਾ ਰਾਜਸਥਾਨ, ਉਸ ਲੋਕੀ ਸਮਝਦੇ ਨੇ ਕਿ ਉਹ ਰੇਗਿਸਤਾਨ ਹੈ, ਤੇ ਉੱਥੋਂ ਦਾ ਤੁਸੀਂ ਦੱਸਿਆ ਕਿ ਉੱਥੋਂ ਦੀ ਜਿਹੜੀ ਜੰਗਲਾਤ ਦੀ ਜਿਹੜੀ ਪਰਸੈਂਟੇਜ ਹੈ ਉਹ ਪੰਜਾਬ ਨਾਲੋਂ ਜ਼ਿਆਦਾ ਹੈ। ਤਾਂ ਇਹ ਇੱਕ ਆਪਣੇ ਆਪ ਹੀ ਹੈਰਾਨੀਜਨਕ ਜਿਹੜੇ ਤੱਥ ਨੇ, ਤੇ ਲੋਕਾਂ ਨੂੰ ਪਤਾ ਵੀ ਨਹੀਂ ਹੈ, ਅਵੇਅਰਨੈਸ ਜਿਹੜੀ ਹੈ ਬਹੁਤ ਘੱਟ ਹੈ ਇਹਨਾਂ ਬਾਰੇ। ਸੋ ਆਈ ਥਿੰਕ ਕਿ ਇਹ ਆਮ ਲੋਕਾਂ ਨੂੰ ਵੀ ਇਹ ਸਮਝਣ ਦੀ ਲੋੜ ਹੈਗੀ ਹੈ। ਸਰਕਾਰ ਨੂੰ ਤੇ ਸਮਝਣਾ ਹੀ ਚਾਹੀਦਾ ਹੈ ਕਿ ਪਹਿਲਾਂ ਹੀ ਪੰਜਾਬ ਦਾ ਜਿਹੜਾ ਅਸੀਂ ਹੈ ਹਰਾ ਭਰਾ ਜਿਹਨੂੰ ਕਿਹਾ ਜਾਂਦਾ ਹੈ, ਤੇ ਉਹ ਸਾਰਾ ਅਸੀਂ ਮਿਟਾ ਚੁੱਕੇ ਹਾਂ ਜੰਗਲਾਤ, ਤੇ ਘੱਟੋ ਘੱਟ ਬਚਦੇ ਖੁਚਦੇ ਨੂੰ ਅਸੀਂ ਇਹਨੂੰ ਵੀ ਬਚਾ ਕੇ ਰੱਖੀਏ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ, ਬੜੇ ਵਧੀਆ ਤੁਸੀਂ ਜਿਹੜੇ ਹੈ ਤੱਥ ਜਿਹੜੇ ਸਾਹਮਣੇ ਲਿਆਂਦੇ ਨੇ। ਇਹਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਕਿ ਮੱਤੇਵਾੜਾ ਜੰਗਲਾਂ ਦੇ ਬਾਰੇ ਜਾਣਕਾਰੀ, ਜੇ ਸੱਚਾਈ ਦੱਸੀਏ ਤਾਂ ਇੱਥੇ ਰਹਿੰਦਿਆਂ ਹੋਇਆਂ, ਮਤਲਬ ਆਸਟ੍ਰੇਲੀਆ ਵਿੱਚ ਸਾਨੂੰ ਵੀ ਮਤਲਬ 14-15 ਸਾਲ ਹੋ ਚੁੱਕੇ ਨੇ, ਤੇ ਮਤਲਬ ਮੈਂ ਵੀ ਜੇ ਆਪਣੇ ਪਾਸਟ ਬਾਰੇ ਦੇਖਾਂ, ਮੈਂ ਕਦੀ ਨਹੀਂ ਸੁਣਿਆ ਕਿ ਮੱਤੇਵਾੜਾ ਜੰਗਲ ਕੋਈ ਲੁਧਿਆਣੇ ਦੇ ਵਿੱਚ ਹੈਗਾ। ਜਦੋਂ ਅਸੀਂ ਇਹਨਾਂ ਬਾਹਰਲੇ ਦੇਸ਼ਾਂ 'ਚ ਰਹਿੰਦੇ ਹਾਂ, ਤੇ ਅਸੀਂ ਦੇਖੋ ਆਮ ਹੀ ਜਿਹੜੇ ਕੋਈ ਟੂਰਿਸਟ ਸਪਾਟ ਹੁੰਦੇ ਆ, ਜੰਗਲ ਹੁੰਦੇ ਆ, ਸਾਰਿਆਂ ਬਾਰੇ ਇੱਕ ਹਿਸਟਰੀ ਦੇ ਵਿੱਚ ਕਿਤੇ ਨਾ ਕਿਤੇ ਕਿਤਾਬਾਂ ਦੇ ਵਿੱਚ ਵੀ ਪੜ੍ਹਦੇ ਹਾਂ, ਤੇ ਲੋਕਾਂ ਨੂੰ ਉਹ ਟੂਰਿਸਟ ਸਪਾਟ ਜਿਹੜਾ ਉਹ ਜਾਇਆ ਜਾਂਦਾ ਹੈ। ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੀ ਸਰਕਾਰ ਇਹ ਜਾਣਬੁੱਝ ਕੇ ਇਹੋ ਜਿਹੀ ਕੋਈ ਉਹਨਾਂ ਨੇ ਆਪਣਾ ਟੂਰਿਜ਼ਮ ਡਿਵੈਲਪ ਨਹੀਂ ਕੀਤਾ, ਕਿ ਲੋਕਾਂ ਤੱਕ ਇਹ ਜਾਣਕਾਰੀ ਨਹੀਂ ਪਹੁੰਚ ਸਕੀ ਕਿ ਪੰਜਾਬ ਦੇ ਕੋਲ ਕੋਈ ਏਡੀ ਵੱਡੀ ਤਾਦਾਦ ਦੇ ਵਿੱਚ 4000 ਏਕੜ ਦੇ ਵਿੱਚ ਫੈਲਿਆ ਇੰਨਾ ਸੋਹਣਾ ਜੰਗਲ ਹੈਗਾ, ਕਿ ਇੱਥੇ ਕਿਉਂ ਨਹੀਂ ਸਕੂਲਾਂ ਦੇ ਬੱਚਿਆਂ ਨੂੰ ਲੈ ਕੇ ਜਾਇਆ ਜਾਂਦਾ, ਜਾਂ ਇਹੋ ਜਿਹੇ ਟੂਰ ਜਿਹੜੇ ਲਗਵਾਏ ਜਾਂਦੇ, ਕਿਉਂ ਮਤਲਬ ਓਲੇ ਰੱਖਿਆ ਜਾਂਦਾ ਸਾਰਾ ਕੁਝ? ਹਾਂਜੀ, ਦੇਖੋ ਇਹ ਜਾਂ ਤਾਂ ਜਾਣਬੁੱਝ ਕੇ ਹੋ ਸਕਦਾ, ਜਾਂ ਅਵੇਸਲਾਪਣ ਹੋ ਸਕਦਾ, ਸਰਕਾਰ ਦੀ ਨਲਾਇਕੀ ਹੋ ਸਕਦੀ ਹੈ। ਸੋ ਦੋਵੇਂ ਹੀ ਗੱਲਾਂ ਗਲਤ ਨੇ। ਜਿਹੜੀ ਪਹਿਲ ਦੇ ਆਧਾਰ ਤੇ ਕੰਮ ਇਹ ਹੋਣਾ ਚਾਹੀਦਾ, ਇਸ ਸੰਘਰਸ਼ ਨੂੰ ਮੱਤੇਵਾੜਾ ਜੰਗਲ ਤੱਕ ਸਾਨੂੰ ਸੀਮਿਤ ਕਰਕੇ ਨਹੀਂ ਵੇਖਣਾ ਚਾਹੀਦਾ। ਹੋਣਾ ਇਹ ਚਾਹੀਦਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਜੰਗਲ ਹੈ, ਉਹਨਾਂ ਦੀ ਇੱਕ ਸੂਚੀ ਤਿਆਰ ਹੋਣੀ ਚਾਹੀਦੀ ਹੈ। ਉਹ ਸੂਚੀ ਪੰਜਾਬ ਸਰਕਾਰ ਆ ਜਿਹੜੀ, ਉਹ ਕਿਸੇ ਵੈਬਸਾਈਟ ਦੇ ਉੱਤੇ ਉਪਲਬਧ ਕਰਾਵੇ। ਉੱਥੇ ਬਕਾਇਦਾ ਜਿਹੜਾ ਉਹ ਸਟਾਫ ਰੱਖਿਆ ਜਾਣਾ ਚਾਹੀਦਾ, ਤੇ ਉਹ ਸਟਾਫ ਹੈ ਜਿਹੜਾ ਉਹ ਆਉਣ ਵਾਲੇ ਲੋਕਾਂ ਨੂੰ ਸਹਾਇਤਾ ਕਰੇ, ਕਿ ਉਹਨਾਂ ਨੂੰ ਦੱਸੇ, ਉਹਨਾਂ ਨੂੰ ਜਿਹੜੇ ਆ ਬਰੋਸ਼ਰ ਆ ਜਿਹੜੇ ਉਹ ਛਪਵਾ ਕੇ ਉੱਥੇ ਰੱਖੇ ਜਾਣ, ਤੇ ਆਨਲਾਈਨ ਉਹਨੂੰ ਐਡਵਰਟਾਈਜ਼ ਕੀਤਾ ਜਾਵੇ। ਹੁਣ ਦੇਖੋ, ਤੇ ਜਿਵੇਂ ਮੱਤੇਵਾੜਾ ਜੰਗਲ ਦੀਆਂ ਜਿਹੜੀਆਂ ਤਸਵੀਰਾਂ ਆਈਆਂ ਪਿਛਲੇ ਕੁਝ ਦਿਨਾਂ ਦੇ ਵਿੱਚ, ਉਹਨਾਂ ਤਸਵੀਰਾਂ ਤੋਂ ਸਪਸ਼ਟ ਪਤਾ ਲੱਗਦਾ ਵੀ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਛੀ ਆ ਜਿਹੜੇ ਉਹ ਆ ਕੇ ਰਹਿੰਦੇ ਆ। ਹੁਣ ਜਿਹੜੇ ਪੰਛੀ ਹੈ, ਇਹ ਬਹੁਤ ਵੱਡਾ ਇੱਕ ਟੂਰਿਜ਼ਮ ਖਿੱਚਣ ਦਾ ਤਰੀਕਾ ਆ। ਲੋਕੀ ਦੂਰੋਂ ਦੂਰੋਂ ਜਾ ਕੇ, ਜਿਵੇਂ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਪੰਛੀ ਹੈਗੇ ਆ, ਤੇ ਉਹਨਾਂ ਪੰਛੀਆਂ ਨੂੰ ਵੇਖਣ ਵਾਸਤੇ ਲੋਕੀ ਦੂਰੋਂ ਹੋਰਨਾਂ ਮੁਲਕਾਂ ਤੋਂ ਆਉਂਦੇ ਆ। ਇੱਥੇ ਆਸਟ੍ਰੇਲੀਆ ਦੇ ਨੇੜੇ ਇੱਕ ਹੋਰ ਹੈਗਾ ਟਾਪੂ ਆ ਨਿਊ ਗਿਨੀ, ਉੱਥੇ ਬਹੁਤ ਜ਼ਿਆਦਾ ਤਰ੍ਹਾਂ ਦੇ ਜਿਹੜੇ ਪੰਛੀ ਰਹਿੰਦੇ ਆ, ਤੇ ਉੱਥੇ ਲੋਕੀ ਪੰਛੀਆਂ ਨੂੰ ਵੇਖਣ ਜਾਂਦੇ ਆ। ਪੰਜਾਬ ਦੇ ਵਿੱਚ ਵੀ ਹਰੀਕੇ ਪੱਤਣ ਦੂਰੋਂ ਦੂਰੋਂ ਪੰਛੀ ਆਉਂਦੇ ਆ, ਪੱਕੇ ਤੌਰ ਤੇ ਵੀ ਉੱਥੇ ਪੰਛੀ ਰਹਿੰਦੇ ਆ। ਮੱਤੇਵਾੜਾ ਜੰਗਲ ਦੇ ਵਿੱਚ ਵੀ ਪੰਛੀ ਰਹਿੰਦੇ ਆ, ਅਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਵੀ ਪੰਛੀ ਰਹਿੰਦੇ ਆ। ਜੰਗਲ ਬਹੁਤ ਵੱਡੇ ਆ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਵਾਸਤੇ, ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਵਾਸਤੇ ਜਿਹੜੀਆਂ ਉਹਨਾਂ ਨੂੰ ਵਰਤਿਆ ਜਾ ਸਕਦਾ।
ਤੇ ਸਰਕਾਰ ਕਿਉਂ ਨਹੀਂ ਵਰਤ ਰਹੀ? ਸਰਕਾਰ ਕਿਉਂ ਉਦਯੋਗ ਲਾ ਕੇ ਹੀ ਕਮਾਈ ਕਰਨੀ ਚਾਹੁੰਦੀ ਹੈ? ਪਹਿਲੀ ਗੱਲ ਤਾਂ ਬਿਲਕੁਲ ਇਹ ਹੈ ਕਿ ਪੰਜਾਬ ਹੈ ਜਿਹੜਾ ਉਹ ਖੇਤੀਬਾੜੀ ਆਧਾਰਿਤ ਸੂਬਾ ਹੈ। ਉਹਦੇ ਜੀ ਵਿੱਚ ਵੱਡਾ ਉਦਯੋਗ ਆ ਜਿਹੜਾ ਉਹ ਲੱਗਣਾ ਹੀ ਨਹੀਂ ਚਾਹੀਦਾ। ਉਹਦੇ ਚ ਸਿਰਫ ਤੇ ਜੀ ਸਿਰਫ ਐਗਰੋ ਇੰਡਸਟਰੀ ਲੱਗਣੀ ਚਾਹੀਦੀ ਹੈ। ਐਗਰੋ ਹੂੰ ਇੰਡਸਟਰੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਘੱਟ ਲੱਗਦੀ ਹੈ ਸਗੋਂ। ਜੀ ਤੇ ਦੂਸਰੀ ਵੱਡੀ ਭਾਰੀ ਸਨਅਤ ਹੈ ਜਿਹੜੀ ਪੋਲਿਊਸ਼ਨ ਪੈਦਾ ਕਰਨ ਵਾਲੀ, ਉਹ ਸਨਅਤ ਜ਼ਿਆਦਾ ਲਾਈ ਜਾਂਦੀ ਹੈ। ਸੋ ਇਹਦੇ ਪਿੱਛੇ ਜੀ ਵੀ ਮੇਰੇ ਖਿਆਲ ਦੇ ਵਿੱਚ ਪੰਜਾਬ ਵਿਰੋਧੀ ਸਾਜ਼ਿਸ਼ਾਂ ਜਿਹੜੀਆਂ ਉਹ ਕੰਮ ਕਰਦੀਆਂ। ਸੋ ਇਹ ਕੰਮ ਜਿਹੜੀਆਂ ਭਾਰੀਆਂ ਸਨਅਤਾਂ ਲਾਉਣ ਵਾਲਾ ਕੰਮ ਹੈ ਜਿਹੜਾ ਪੰਜਾਬ ਦੇ ਵਿੱਚ, ਉਹ ਬਿਲਕੁਲ ਬੰਦ ਹੋਣਾ ਚਾਹੀਦਾ। ਜੇ ਸਨਅਤ ਲੱਗਣੀ ਹੈ ਉਹ ਛੋਟੇ ਪੱਧਰ ਦੀ ਸਨਅਤ ਹੋਣੀ ਚਾਹੀਦੀ ਹੈ ਤੇ ਖੇਤੀਬਾੜੀ ਨਾਲ ਬਿਲਕੁਲ ਸੰਬੰਧਿਤ ਹੋਣੀ ਚਾਹੀਦੀ ਹੈ। ਬਿਲਕੁਲ ਹਾਂਜੀ ਬਿਲਕੁਲ ਹੋਰ ਵੀ ਬਹੁਤ ਸ਼ਹਿਰ ਨੇ ਪੰਜਾਬ ਦੇ ਵਿੱਚ, ਜੇ ਪੰਜਾਬ ਦੇ ਵਿੱਚ ਲਗਾਉਣੀ ਵੀ ਹੈ, ਜਿਹੜੇ ਪਿਛੜੇ ਹੋਏ ਇਲਾਕੇ ਨੇ ਜਿੱਥੇ ਕਿ ਨਾ ਹੀ ਕੋਈ ਜੰਗਲਾਤ ਨੇ ਤੇ ਨਾ ਹੀ ਕੋਈ ਇੰਡਸਟਰੀ ਹੈ, ਉੱਥੇ ਵੀ ਲਗਾਈ ਜਾ ਸਕਦੀ ਹੈ। ਬਟ ਇਹ ਕੋਈ ਸਰਕਾਰ ਦਾ ਜਾਂ ਜਿਹੜੇ ਉਦਯੋਗਪਤੀ ਨੇ ਉਹਨਾਂ ਦਾ ਕੋਈ ਖਾਸ ਕਾਰਨ ਹੈ ਕਿ ਉਹ ਇਹਨਾਂ ਜੰਗਲਾਂ ਦੇ ਲਾਗੇ ਹੀ ਲਗਾਉਣਾ ਚਾਹੁੰਦੇ ਨੇ। ਨਾਲ ਹੀ ਜੇ ਅਸੀਂ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਵੀ ਵੈਨਕੂਵਰ ਦੇ ਵਿੱਚ ਰਹਿੰਦੇ ਹੋ ਤੇ ਹੋਰ ਵੀ ਦੇਸ਼ਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀ ਕੁਦਰਤ ਹੈ ਲੋਕਾਂ ਨੇ ਘਰਾਂ ਦੇ ਵਿੱਚ ਤੱਕ ਵੀ ਸੰਭਾਲ ਕੇ ਰੱਖੀ ਹੋਈ ਹੈ। ਘਰਾਂ ਨੂੰ ਵੀ ਹਰਾ ਭਰਿਆ, ਅਸੀਂ ਬਾਹਰ ਜਾਂਦੇ ਹਾਂ ਕਿੰਨਾ ਸੋਹਣਾ ਹਰਿਆਵਲ ਦਿਸਦੀ ਹੈ ਤੇ ਇੱਕ ਪਤਾ ਲੱਗਦਾ ਹੈ ਕਿ ਉਹ ਦੇਸ਼ ਦੀ ਜਿਹੜੀ ਹੈ ਕੁਦਰਤ, ਉੱਥੋਂ ਦਾ ਸੱਭਿਆਚਾਰ ਲੋਕੀ ਕਿਹੋ ਜਿਹੇ ਨੇ। ਇਸੇ ਤਰ੍ਹਾਂ ਜੇ ਅਸੀਂ ਪੰਜਾਬ ਦੀ ਅਸੀਂ ਗੱਲ ਕੀਤੀ ਕਿ ਉੱਥੋਂ ਦੀ ਖੇਤੀਬਾੜੀ ਜਿਹੜੀ ਸੱਭਿਅਤਾ ਹੈਗੀ ਹੈ, ਉੱਥੋਂ ਦੇ ਲੋਕਾਂ ਦਾ ਰੁਜ਼ਗਾਰ ਹੈਗਾ। ਹੁਣ ਜਿਵੇਂ ਜਿਵੇਂ ਜੰਗਲਾਤ ਜਿਹੜੇ ਆ ਖਤਮ ਹੋ ਰਹੇ ਆ, ਆਪਾਂ ਜੇ ਪੰਜਾਬ ਦੀ ਸੱਭਿਆਚਾਰ ਦੀ ਗੱਲ ਕਰੀਏ, ਸੱਭਿਅਤਾ ਤੇ ਕੀ ਫਰਕ ਪਏਗਾ ਇਸ ਚੀਜ਼ ਦਾ? ਦੇਖੋ ਜੀ, ਜਿਹੜੀ ਦਰਖਤਾਂ ਤੋਂ ਬਿਨਾਂ ਸੱਭਿਅਤਾ ਜਿਹੜੀ ਉਹ ਕੋਈ ਵਿਕਸਿਤ ਹੋ ਹੀ ਨਹੀਂ ਸਕਦੀ, ਉਹਦੀ ਜੀ ਹੋਂਦ ਹੀ ਨਹੀਂ ਹੋ ਸਕਦੀ। ਜਿਹੜਾ ਦਰਖਤ ਹੈ, ਜੰਗਲ ਹੈ, ਚਿੜੀਆਂ, ਬੇਲੇ ਹੈ, ਰੋਈਆਂ, ਇਹ ਪੰਜਾਬ ਦੇ ਲੋਕ ਗੀਤਾਂ ਦੇ ਵਿੱਚ, ਪੰਜਾਬ ਦੇ ਜਿਹੜਾ ਸੱਭਿਆਚਾਰਕ ਵਿਚੇਤਨ ਹੈ ਉਹਦੇ ਵਿੱਚ ਰਚੇ ਹੋਏ ਆ। ਸਾਡੇ ਲੋਕ ਗੀਤ ਸੁਣ ਕੇ ਵੇਖੋ, ਉਹਦੇ ਵਿੱਚ ਕਿੰਨੇ ਜੰਗਲ ਬੇਲਿਆਂ ਦੇ ਨਾਂ ਆਉਂਦੇ ਆ। ਹੀਰ ਵਾਰਿਸ ਸ਼ਾਹ ਜਿਹੜੀ ਹੈ ਉਹਦੇ ਵਿੱਚ ਉਹ ਕਾਲੇ ਬਾਗ ਦੀ ਗੱਲ ਕਰਦਾ। ਅਸਲ ਦੇ ਵਿੱਚ ਉਹ ਕਾਲਾ ਬਾਗ ਹੈ ਜਿਹੜਾ, ਉਹ ਬਾਗ ਨਹੀਂ ਸੀਗਾ, ਉਹ ਵਣ ਸੀਗਾ। ਪੁਰਾਣੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਨਾਲ ਇੱਕ ਸੰਘਣੀ ਝਿੜੀ ਹੁੰਦੀ ਸੀ ਦਰਖਤਾਂ ਦੀ। ਸਾਡੇ ਇਲਾਕੇ ਦੇ ਵਿੱਚ ਉਹਨੂੰ ਝਿੜੀ ਕਹਿੰਦੇ ਆ, ਬਾਕੀ ਇਲਾਕੇ ਦੇ ਵਿੱਚ ਸ਼ਾਇਦ ਉਹਦਾ ਕੁਝ ਹੋਰ ਨਾ ਹੋਵੇ। ਬਹੁਤ ਸੰਘਣੇ ਦਰਖਤ ਹੁੰਦੇ ਸੀ, ਜਿਵੇਂ ਇੰਨੇ ਸੰਘਣੇ ਹੁੰਦੇ ਸੀਗੇ ਵੀ ਉਹਨਾਂ ਦੇ ਵਿੱਚ ਵੀ ਵੜਨਾ ਔਖਾ ਹੁੰਦਾ ਸੀਗਾ। ਨਿੱਕੇ ਹੁੰਦੇ ਅਸੀਂ ਦੇਖਦੇ ਰਹੇ ਹਾਂ ਤੇ ਉਹਨਾਂ ਸੰਘਣੀ ਝਿੜੀਆਂ ਦੇ ਵਿੱਚ ਬਹੁਤ ਤਰ੍ਹਾਂ ਦੇ ਪੰਛੀ ਤੇ ਜਾਨਵਰ ਵੀ ਕਈ ਤਰ੍ਹਾਂ ਦੇ ਰਹਿੰਦੇ ਹੁੰਦੇ ਸੀਗੇ। ਹੌਲੀ ਹੌਲੀ ਕੀ ਹੋਇਆ ਵੀ ਉਹ ਸਾਰੀਆਂ ਝਿੜੀਆਂ, ਸਾਰੇ ਦਰਖਤ ਆ ਜਿਹੜੇ ਉਹ ਅਖੌਤੀ ਵਿਕਾਸ ਦੀ ਭੇਟ ਚੜ੍ਹ ਗਏ ਤੇ ਹੁਣ ਉਹ ਕੁਛ ਨਹੀਂ ਉਹੋ ਜਿਹਾ ਵੇਖਣ ਨੂੰ ਮਿਲਦਾ ਗਾ। ਸੋ ਮੇਰੀ ਬੇਨਤੀ ਇਹ ਹੈ ਕਿ ਇੱਕ ਤਾਂ ਜਿਹੜਾ ਜੰਗਲਾਂ ਦਾ ਪੱਖ ਹੈ ਉਹ ਵਾਤਾਵਰਨ ਨਾਲ ਸੰਬੰਧਿਤ ਹੈ, ਜਿਹਦੇ ਨਾਲ ਕੋਈ ਅਸਹਿਮਤ ਹੋ ਹੀ ਨਹੀਂ ਸਕਦਾ, ਕਿਉਂਕਿ ਇਹਦੇ ਪਿੱਛੇ ਜਿਹੜੀ ਵਿਗਿਆਨਕ ਖੋਜ ਹੈ ਜਿਹੜੀ ਉਹ ਵੀ ਬਹੁਤ ਖੜੀ ਹੈ। ਤੇ ਵੈਸੇ ਵੀ ਇਹ ਕਾਮਨ ਸੈਂਸ ਵੀ ਹੈ ਕਿ ਆਪਾਂ ਨੂੰ ਪਤਾ ਵੀ ਜਿੱਥੇ ਜਿੰਨੇ ਜ਼ਿਆਦਾ ਦਰਖਤ ਹੋਣਗੇ ਪੋਲਿਊਸ਼ਨ ਘੱਟ ਹੋਊਗਾ, ਉਹਦੇ ਫਾਇਦੇ ਹੀ ਫਾਇਦੇ ਆ। ਪਰ ਉਹਦੇ ਨਾਲ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਜੰਗਲ ਹੈ ਜਿਹੜਾ ਉਹ ਸਿਰਫ ਦਰਖਤਾਂ ਦਾ ਸਮੂਹ ਨਹੀਂ ਹੁੰਦਾ। ਜੰਗਲ ਹੈ ਜਿਹੜਾ ਉਹ ਇੱਕ ਜਿਉਂਦੀ ਜਾਗਦੀ ਚੀਜ਼ ਹੁੰਦਾ। ਸੋ ਇਹ ਗੱਲ ਸੁਣ ਕੇ ਬਹੁਤ ਲੋਕ ਆ ਜਿਹੜੇ ਉਹ ਹੈਰਾਨ ਵੀ ਹੋ ਸਕਦੇ ਆ, ਪਰ ਬੇਨਤੀ ਮੇਰੀ ਇਹ ਹੈ ਕਿ ਇਹ ਗੱਲ ਬਿਲਕੁਲ ਸੱਚੀ ਹੈ। ਮੈਂ ਹਾਲ ਹੀ ਵਿੱਚ ਇੱਕ ਕਿਤਾਬ ਪੜ੍ਹੀ ਹੈ, ਇੱਕ ਜਰਮਨ ਮੈਂ ਉਹਨੂੰ ਕਹਿੰਦਾ ਜੰਗਲਵਾਨ ਤੋਂ ਭਾਵ ਜਿਹੜਾ ਜੰਗਲਾਂ ਬਾਰੇ ਖੋਜ ਕਰਦਾ। ਇੱਕ ਜਰਮਨ ਜੰਗਲਵਾਨ ਹੈ, ਉਹਦਾ ਨਾਮ ਹੈ ਪੀਟਰ ਵੋਹਲੇਬੈਨ। ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਉਸ ਕਿਤਾਬ ਦਾ ਨਾਮ ਹੈ ਬਿਰਖਾਂ ਦਾ ਗੁਪਤ ਜੀਵਨ ਜਾਂ ਬਿਰਖਾਂ ਦੀ ਗੁਪਤ ਜ਼ਿੰਦਗੀ। ਉਸ ਕਿਤਾਬ ਦੇ ਵਿੱਚ ਉਹਨਾਂ ਨੇ ਸਾਰੀ ਉਮਰ ਆਪਦੀ ਜੰਗਲ ਦੇ ਵਿੱਚ ਲੰਘਾਈ ਹੈ। ਫੋਰੈਸਟਰੀ ਡਿਪਾਰਟਮੈਂਟ ਦੇ ਵਿੱਚ ਹੀ ਉੱਥੇ ਉਹ ਜੌਬ ਕਰਦੇ ਆ। ਉਹ ਕਹਿੰਦੇ ਵੀ ਜੰਗਲ ਆ ਜਿਹੜਾ ਇਹ ਜਿਉਂਦੀ ਜਾਗਦੀ ਚੀਜ਼ ਹੈ ਜੀ। ਜੰਗਲ ਕੋਈ ਆਏ ਨੀਗਾ ਵੀ ਬਸ ਉੱਥੇ ਜ਼ਿਆਦਾ ਗਿਣਤੀ ਦੇ ਵਿੱਚ ਦਰਖਤ ਹੈ। ਉਹ ਕਹਿੰਦੇ ਜੰਗਲ ਦੇ ਵਿੱਚ ਦਰਖਤ ਹੁੰਦੇ ਆ ਨਾ ਜਿਹੜੇ, ਉਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਹੁੰਦਾ ਬਹੁਤ ਡੂੰਘਾ, ਉਹਨਾਂ ਦੀਆਂ ਆਪਸ ਦੇ ਵਿੱਚ ਦੋਸਤੀਆਂ ਵੀ ਹੁੰਦੀਆਂ। ਉਹ ਕਹਿੰਦੇ ਜੰਗਲ ਆ ਜਿਹੜਾ ਉਹਦੇ ਮੂਡ ਵੀ ਹੁੰਦੇ ਆ ਵੱਖੋ ਵੱਖਰੇ। ਜਿਵੇਂ ਕਿੱਡੀ ਹੈਰਾਨੀ ਦੀ ਗੱਲ ਹੈ, ਬਾਬਾ ਫਰੀਦ ਜੀ ਦਾ ਫਰਮਾਨ ਹੈ, ਰੁੱਤ ਫਿਰੀ ਵਣ ਕੰਬਿਆ। ਹੁਣ ਤੁਸੀਂ ਵੇਖੋ, ਵਣ ਕੰਬਿਆ, ਇਹਦਾ ਕੀ ਭਾਵ ਹੈ ਕਿ ਰੁੱਤ ਦੇ ਬਦਲਣ ਨੂੰ ਵਣ ਜਿਹੜਾ ਉਹ ਮਹਿਸੂਸ ਕਰਦਾ। ਜਿਵੇਂ ਅਸੀਂ ਰੁੱਤ ਬਦਲਣ ਨੂੰ ਮਹਿਸੂਸ ਕਰਦੇ ਹਾਂ, ਵਣ ਵੀ ਮਹਿਸੂਸ ਕਰਦਾ। ਸੋ ਵਣ ਦੇ ਵਿੱਚ ਵੀ ਜਾਨ ਹੈ। ਵਣ ਵੀ ਇੱਕ ਜੀਵਤ ਸਜੀਵ ਚੀਜ਼ ਹੈ। ਇੱਕ ਵਣ ਆ ਜਿਹੜਾ ਉਹ ਸਿਰਫ ਆਏ ਨੀ ਗਾ ਵੀ ਲੱਕੜਾਂ ਵੱਢ ਲਓ ਤੇ ਵੇਚ ਦੋ ਤੇ ਪੈਸਾ ਕਮਾ ਲਓ। ਵਣ ਇੱਕ ਜਿਉਂਦੀ ਜਾਗਦੀ ਸ਼ੈ ਆ।
ਸੋ ਪੀਟਰ ਵੋਲੇਬੇਨ, ਮੈਂ ਹੁਣ ਇਸ ਵਿਸ਼ੇ ਤੇ ਲੇਖ ਵੀ ਲਿਖਿਆ, ਉਹ ਇੱਕ ਅੱਧੇ ਦਿਨ ਦੇ ਵਿੱਚ ਮੈਂ ਪ੍ਰਕਾਸ਼ਿਤ ਕਰੂੰਗਾ। ਜੀ ਉਹ ਕਹਿੰਦੇ ਵੀ ਜਿਹੜੇ ਦਰਖਤ ਆ ਨਾ, ਉਸ ਕਿਤਾਬ ਦੇ ਵਿੱਚ ਇੱਕ ਚੈਪਟਰ ਆ, ਉਹਦਾ ਨਾਮ ਹੈ ਲੈਂਗੁਏਜ ਆਫ ਟਰੀਜ਼। ਉਹ ਕਹਿੰਦੇ ਦਰਖਤ ਵੀ ਆਪਸ ਦੇ ਵਿੱਚ ਗੱਲਾਂ ਕਰਦੇ ਆ। ਜੀ ਦਰਖਤ ਕੱਲੀਆਂ ਗੱਲਾਂ ਨਹੀਂ ਕਰਦੇ, ਇੱਕ ਦੂਜੇ ਨੂੰ ਖੁਰਾਕ ਵੀ ਦਿੰਦੇ ਆ ਜੰਗਲ ਦੇ ਵਿੱਚ। ਉਹ ਜੜਾਂ ਦੇ ਰਾਹੀਂ ਉਹਨਾਂ ਦਾ ਇੱਕ ਨੈਟਵਰਕ ਬਣਿਆ ਹੁੰਦਾ। ਸੋ ਜਦੋਂ ਉਹਨਾਂ ਨੂੰ ਇੱਕ ਦਰਖਤ ਨੂੰ ਪਤਾ ਲੱਗਦਾ ਕਿ ਨਾਲ ਦਾ ਦਰਖਤ ਥੋੜਾ ਕਮਜ਼ੋਰ ਹੋ ਰਿਹਾ, ਉਹਨੂੰ ਪੂਰੀ ਖੁਰਾਕ ਨਹੀਂ ਮਿਲ ਰਹੀ, ਤਾਂ ਉਹ ਜੜਾਂ ਦੇ ਰਾਹੀਂ ਉਹਨੂੰ ਖੁਰਾਕ ਦਿੰਦਾ। ਜੀ ਤੇ ਪੂਰੇ ਜੰਗਲ ਦਾ ਇੱਕ ਉਹ ਕਹਿੰਦੇ ਵੀ ਸੋਸ਼ਲ ਨੈਟਵਰਕ ਹੁੰਦਾ, ਜੀ ਜਿਹਦੇ ਵਿੱਚ ਉਹ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ, ਆਪਸ 'ਚ ਉਹਨਾਂ ਦੀਆਂ ਦੋਸਤੀਆਂ ਹੁੰਦੀਆਂ। ਕਈ ਵਾਰੀ ਜਿਹੜਾ ਦਰਖਤ ਵੱਢਿਆ ਜਾਂਦਾ ਉਹਦਾ ਇਕੱਲਾ ਮੁੱਢ ਬਚਿਆ ਰਹਿ ਜਾਂਦਾ। ਕਈ ਵਾਰੀ ਆਲੇ ਦੁਆਲੇ ਦੇ ਦਰਖਤ ਆ ਜਿਹੜੇ, ਉਹ ਇਕੱਠੇ ਹੋ ਕੇ ਉਹ ਮੁੱਢ ਨੂੰ ਜਿਉਂਦਾ ਰੱਖਦੇ ਆ, ਉਹਨੂੰ ਉਹ ਜੜਾਂ ਦੇ ਰਾਹੀਂ ਖੁਰਾਕ ਦੇਈ ਜਾਂਦੇ ਆ, ਕਿਉਂਕਿ ਬਿਨਾਂ ਪੱਤਿਆਂ ਤੋਂ ਖੁਰਾਕ ਤਾਂ ਜਾ ਨਹੀਂ ਸਕਦੀ। ਕੱਲੀਆਂ ਆਪਦੀਆਂ ਜੜਾਂ ਨਾਲ ਦਰਖਤ ਜਿਉਂਦਾ ਨਹੀਂ ਰਹਿ ਸਕਦਾ। ਕਲੋਰੋਫਿਲ ਆ ਜਿਹੜੀ, ਉਹ ਪੱਤਿਆਂ ਰਾਹੀਂ ਜਾਣੀ ਹੁੰਦੀ ਆ। ਸੋ ਉਹ ਆਲੇ ਦੁਆਲੇ ਦੇ ਦਰਖਤ ਆ ਜਿਹੜੇ, ਉਹਨੂੰ ਪ੍ਰਦਾਨ ਕਰਦੇ ਆ। ਸੋ ਦਰਖਤਾਂ ਦਾ ਆਪਸ ਦੇ ਵਿੱਚ ਇੰਨਾ ਡੂੰਘਾ ਰਿਸ਼ਤਾ ਹੁੰਦਾ। ਸੋ ਮੇਰੀ ਬੇਨਤੀ ਇਹ ਹੈ ਕਿ ਇੱਕ ਜੰਗਲ ਨੂੰ ਉਜਾੜਨਾ ਜਿਹੜਾ, ਉਹ ਵੀ ਇੱਕ ਕਿਸਮ ਦਾ ਜੈਨੋਸਾਈਡ ਹੀ ਹੈ। ਬਿਲਕੁਲ, ਜਿਹੜੀ ਕੰਟੀਨਿਊ ਕਰੋ ਜੀ। ਸਾਡੇ ਲੋਕ ਗੀਤਾਂ ਤੇ ਨਿਗਾਹ ਮਾਰੋ। ਸਾਡੇ ਲੋਕ ਗੀਤਾਂ ਦੇ ਵਿੱਚ ਜੰਗਲਾਂ ਦਾ, ਦਰਖਤਾਂ ਦਾ ਕੀ ਰੋਲ ਆ। ਪੰਜਾਬੀ ਦਾ ਇੱਕ ਲੋਕ ਗੀਤ ਹੈ, ਬਿਰਖਾਂ ਦੇ ਗੀਤ ਸੁਣ ਕੇ ਮੇਰੇ ਦਿਲ ਵਿੱਚ ਚਾਨਣ ਹੋਇਆ। ਜੀ ਇਹਦੇ ਤੋਂ ਕੀ ਭਾਵ? ਇਹਦੇ ਤੋਂ ਭਾਵ ਇਹ ਹੈ ਕਿ ਦਰਖਤ ਆ ਜਿਹੜਾ, ਉਹ ਸਿਰਫ ਸਾਡੇ ਵਾਸਤੇ ਕੋਈ ਪਦਾਰਥਕ ਚੀਜ਼ ਨਹੀਂ ਗੀ, ਜਿਹਨੂੰ ਵੱਢ ਕੇ ਅਸੀਂ ਲੱਕੜ ਵੇਚ ਲਈਏ ਤੇ ਪੈਸਾ ਕਮਾ ਲਈਏ। ਦਰਖਤ ਆ ਜਿਹੜਾ ਸਾਡੇ ਵਾਸਤੇ ਉਹ ਅਧਿਆਤਮਕ ਉਹਦਾ ਦਰਜਾ ਵੀ ਹੈ, ਜਿਹਨੂੰ ਵੇਖ ਕੇ, ਜਿਹਦੇ ਗੀਤ ਸੁਣ ਕੇ ਸਾਡੇ ਦਿਲ ਦੇ ਵਿੱਚ ਚਾਨਣ ਹੁੰਦਾ। ਇੱਕ ਹੋਰ ਤੁਹਾਨੂੰ ਮੈਂ ਗੀਤ ਹੈ ਜਿਹੜਾ, ਪੰਜਾਬੀ ਲੋਕ ਗੀਤ ਹੈ ਜਿਹੜਾ, ਉਹ ਤੁਹਾਡੇ ਨਾਲ ਸਾਂਝਾ ਕਰਦਾ। ਤੇ ਉਹਦੀ ਖਾਸ ਗੱਲ ਇਹ ਹੈ ਕਿ ਇਸ ਲੋਕ ਗੀਤ ਦੀ, ਪੰਜਾਬੀ ਲੋਕ ਗੀਤ ਦੀ ਸਪਿਰਿਟ, ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ ਕਿ ਨਹੀਂ? ਹੈਲੋ, ਹਾਂਜੀ ਬਿਲਕੁਲ ਸੁਣ ਰਹੀ ਹੈ ਜੀ। ਹਾਂਜੀ। ਸੋ ਇਸ ਲੋਕ ਗੀਤ ਦੀ ਸਪਿਰਿਟ, ਜਿਹੜੀ ਕਿਤਾਬ ਬਾਰੇ ਮੈਂ ਤੁਹਾਨੂੰ ਦੱਸ ਕੇ ਹਟਿਆ, ਪੀਟਰ ਵੋਲੇਬੇਨ ਦੀ, ਉਹਦੇ ਸਿੱਟਿਆਂ ਦੇ ਬਿਲਕੁਲ ਨਾਲ ਆ ਜਿਹੜੀ, ਉਹ ਮੇਲ ਖਾਂਦੀ ਹੈ। ਲੋਕ ਗੀਤ ਹੈ, ਕੱਲਾ ਰੁੱਖ ਨਾ ਰੋਹੀ ਦੇ ਵਿੱਚ ਹੋਵੇ ਤੇ ਕੱਲਾ ਨਾ ਹੋਵੇ ਪੁੱਤ ਜੱਟ ਦਾ। ਸੋ ਕੱਲਾ ਰੁੱਖ ਆ ਜਿਹੜਾ, ਉਹ ਕਹਿੰਦੇ ਵੀ ਕੱਲਾ ਰੁੱਖ ਨਹੀਂ ਹੋਣਾ ਚਾਹੀਦਾ, ਰੁੱਖ ਆ ਜਿਹੜੇ ਇਕੱਠੇ ਹੋਣੇ ਚਾਹੀਦੇ ਆ। ਬਿਲਕੁਲ ਐਗਜ਼ੈਕਟਲੀ ਸੇਮ ਗੱਲ ਪੀਟਰ ਵੋਲੇਬੇਨ ਕਹਿ ਰਿਹਾ ਆਪਣੀ ਕਿਤਾਬ ਦੇ ਵਿੱਚ। ਉਹ ਕਹਿੰਦਾ ਵੀ ਜਿਹੜਾ ਕੱਲਾ ਰੁੱਖ ਹੈ, ਉਹਦੀ ਉਮਰ ਘਟ ਜਾਂਦੀ। ਉਹ ਕਹਿੰਦਾ ਪਾਸੇ ਕਰਕੇ ਦਰਖਤ ਨੂੰ ਲਾ ਦਿਓ, ਉਹਦੀ ਉਮਰ ਘਟ ਜੂਗੀ। ਜਿਹੜੇ ਜੰਗਲ ਦੇ ਵਿੱਚ ਦਰਖਤ ਹੋਣਗੇ, ਜਿਨ੍ਹਾਂ ਦੇ ਆਲੇ ਦੁਆਲੇ ਹੋਰ ਦਰਖਤ ਹੋਣਗੇ, ਜਿਹੜਾ ਦਰਖਤ ਇੱਕ ਸੋਸ਼ਲ ਨੈਟਵਰਕ ਦੇ ਵਿੱਚ ਜੰਗਲ ਦੇ ਵਿੱਚ ਬਚਿਆ ਹੋਇਆ ਹੋਊਗਾ, ਉਹਦੀ ਉਮਰ ਕਿਤੇ ਜ਼ਿਆਦਾ ਹੋਊਗੀ ਕੱਲੇ ਖੜੇ ਦਰਖਤ ਨਾਲੋਂ। ਸੋ ਇਹ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ, ਸਾਡੇ ਅਵਚੇਤਨ ਨੂੰ ਹੀ ਇਹਨਾਂ ਗੱਲਾਂ ਦਾ ਪਹਿਲਾਂ ਹੀ ਪਤਾ ਸੀਗਾ ਕਿ ਰੁੱਖ ਆ ਜਿਹੜੇ, ਉਹ ਵੀ ਸੋਸ਼ਲ ਬੀਇੰਗਸ ਹੈ, ਉਹ ਵੀ ਸਮਾਜਿਕ ਪ੍ਰਾਣੀ ਹੈ। ਉਹ ਵੀ ਜੇ ਕੱਲਾ ਰੁੱਖ ਖੜਾ ਹੋਵੇ, ਉਹ ਵੀ ਚੰਗੀ ਗੱਲ ਨਹੀਂ ਗੀ। ਜੇ ਬੰਦਾ ਕੱਲਾ ਹੋਵੇ, ਉਹਦੇ ਸਮਾਜ ਦੇ ਵਿੱਚ ਕੋਈ ਸੰਬੰਧ ਨਾ ਹੋਣ, ਉਹਦੇ ਭੈਣ ਭਰਾ ਨਾ ਹੋਣ, ਉਹਦੇ ਦੋਸਤ ਮਿੱਤਰ ਨਾ ਹੋਣ, ਉਹ ਵੀ ਮਾੜੀ ਗੱਲ ਹੈ। ਉਹ ਵੀ ਬੰਦਾ ਡਿਪਰੈਸ ਹੋ ਜਾਂਦਾ। ਤੇ ਜਿਹੜਾ ਦਰਖਤ ਕੱਲਾ ਖੜਾ ਹੋਵੇ, ਉਹ ਵੀ ਡਿਪਰੈਸ ਹੋ ਜਾਂਦਾ। ਸੋ ਪੰਜਾਬ ਦੇ ਵਿੱਚ ਮੇਰੀ ਬੇਨਤੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਬਹੁਤ ਵੱਡਾ ਉਜਾੜਾ ਹੋ ਰਿਹਾ, ਤੇ ਇਹ ਉਜਾੜਾ ਪੰਜਾਬ ਦੇ ਵਿੱਚ ਨਹੀਂ ਹੋ ਰਿਹਾ, ਇਹ ਉਜਾੜਾ ਪੰਜਾਬ ਦਾ ਹੋ ਰਿਹਾ। ਬਿਲਕੁਲ। ਪੰਜਾਬ ਦੀ ਵੱਖਰਤਾ, ਕੁਦਰਤ ਦੇ 4 ਵੱਖੋ ਵੱਖਰੇ ਨਕਸ਼ ਜਿਹੜੇ, ਉਹਨਾਂ ਦੇ ਉੱਤੇ ਆਧਾਰਿਤ ਹੈ ਸਾਰੇ ਪੰਜਾਬ ਦੀ ਹੋਂਦ। ਜੇ ਉਹ 4 ਚੀਜ਼ਾਂ ਮਿਟਾ ਦਿੱਤੀਆਂ ਜਾਣ ਤੇ ਪੰਜਾਬ ਦੀ ਹੋਂਦ ਵੀ ਮਿਟ ਜੂ। ਉਹ ਹੈਗੀਆਂ ਜੀ, ਜਿਹੜੀ ਮਿੱਟੀ ਆ ਉਹਦਾ ਉਪਜਾਊਪਣ, ਧਰਤੀ ਹੇਠਲਾ ਪਾਣੀ, ਪੰਜਾਬ ਦੇ ਜੰਗਲ, ਤੇ ਤੇ ਇੱਕ ਹੋਰ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨਕਸ਼ਾ ਤੋਂ, ਹੁਣ ਜਿਵੇਂ ਪੰਜਾਬ ਦਾ ਪਾਣੀ ਆ ਜਿਹੜਾ, ਉਹ ਤੇ ਪੰਜਾਬ ਦੇ ਦਰਿਆ, ਪੰਜਾਬ ਦੇ ਦਰਿਆ, ਧਰਤੀ ਹੇਠਲਾ ਪਾਣੀ, ਮਿੱਟੀ ਦਾ ਉਪਜਾਊਪਣ ਤੇ ਪੰਜਾਬ ਦੇ ਜੰਗਲ, ਜੇ ਇਹ 4 ਚੀਜ਼ਾਂ ਮਿਟਾ ਦਿੱਤੀਆਂ ਜਾਣ ਤਾਂ ਪੰਜਾਬ ਦਾ ਨਾਂ ਹੀ ਨਹੀਂ ਰਹਿ ਜਾਣਾ। ਹੁਣ ਤੁਸੀਂ ਵੇਖੋ ਵੀ ਪਿਛਲੇ ਸਮੇਂ ਤੋਂ ਕੀ ਹੋ ਰਿਹਾ। ਧਰਤੀ ਹੇਠਲਾ ਪਾਣੀ ਮੁੱਕ ਰਿਹਾ, ਦਰਿਆ ਪਹਿਲਾਂ ਸੁੱਕੇ ਪਏ ਆ, ਮਿੱਟੀ ਦਾ ਉਪਜਾਊਪਣ ਖਤਮ ਹੋ ਰਿਹਾ, ਤੇ ਹੁਣ ਜੰਗਲ ਆ ਜਿਹੜੇ ਲਗਭਗ ਖਤਮ ਹੋ ਚੁੱਕੇ ਆ, ਤੇ ਮਾੜੀ ਉਹਨਾਂ ਦੀ ਰਹਿੰਦ ਖੂੰਹਦ ਆ ਜਿਹੜੀ, ਉਹ ਵੀ ਖਤਮ ਕੀਤੀ ਜਾ ਰਹੀ ਹੈ। ਇਹ ਸਾਰੀਆਂ ਚੀਜ਼ਾਂ ਜਦੋਂ ਖਤਮ ਹੋ ਗਈਆਂ ਤਾਂ ਪੰਜਾਬ ਨਹੀਂ ਰਹਿਣਾਗਾ, ਉਹ ਕੁਝ ਹੋਰ ਬਣ ਜਾਣਾ। ਉਹ ਤਾਂ ਆਪਦੇ ਨਾਂ ਤੋਂ ਹੀ ਦੂਰ ਹੋ ਜਾਣਾ, ਜਿਹਦਾ ਨਾਂ ਹੀ ਪੰਜਾਬ ਹੈ।
ਸੋ ਉਹਨੇ ਬਿਲਕੁਲ ਆਪਦੇ ਨਾਂ ਤੋਂ ਹੀ ਦੂਰ ਹੋ ਜਾਣਾ। ਸੋ ਇਹ ਲੜਾਈ ਹੈ ਜਿਹੜੀ, ਇਹ ਸੰਘਰਸ਼ ਜਿਹੜਾ ਇਹ ਪੰਜਾਬ ਦੀ ਹੋਂਦ ਦਾ ਸੰਘਰਸ਼ ਹੈ, ਨਾ ਕਿ ਇਹ ਕਿਤੇ ਨਿੱਕੇ ਮੋਟੇ ਜੰਗਲ ਜਿਹਨੂੰ ਕਈ ਲੋਕੀ ਸੋਚਦੇ ਆ। ਹੁਣ ਜਿਵੇਂ ਇੱਕ ਮਿੱਤਰ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਵੀ ਇਹੋ ਜਿਹੇ ਜੰਗਲ ਤਾਂ ਬਥੇਰੇ ਹੋਣੇ ਆ ਪੰਜਾਬ ਦੇ ਵਿੱਚ, ਜੀ ਤੇ ਕੀ ਹੋ ਜਾਊਗਾ ਜੇ ਇੱਕ ਪੱਟਿਆ ਵੀ ਜਾਊਗਾ। ਮੈਂ ਇਸ ਤਰ੍ਹਾਂ ਨਹੀਂ ਸੋਚਦਾਗਾ। ਮੈਂ ਇਹ ਸੋਚਦਾ ਕਿ ਨਹੀਂ, ਹਰ ਜੰਗਲ, ਹਰ ਝਿੜੀ, ਹਰ ਛੱਪੜ, ਹਰ ਨਦੀ, ਹਰ ਥਾਂ, ਹਰ ਚੀਜ਼ ਮੈਂ ਉਹਨਾਂ ਦੀ ਗਿਣਤੀ ਵਧਣੀ ਚਾਹੀਦੀ ਹੈ, ਨਾ ਕਿ ਘਟਣੀ ਚਾਹੀਦੀ ਹੈ। ਘਟੀ ਤਾਂ ਉਹ ਬਿਲਕੁਲ ਪਹਿਲੇ ਹੀ ਇੰਨੀ ਪਈ ਹੈ ਕਿ ਉਹ ਕ੍ਰਿਟੀਕਲ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਮਰੀਜ਼ ਆ ਜਿਹੜਾ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ। ਪੰਜਾਬ ਤਾਂ ਪਹਿਲੇ ਹੀ ਜੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ। ਹੋਰ ਜੀ ਤਾਂ ਪੰਜਾਬ ਦੀ ਜਿਹੜੀ ਆਬੋ ਹਵਾ, ਪੰਜਾਬ ਦਾ ਵਾਤਾਵਰਨ ਜਿਹੜਾ ਉਹ ਹੋਰ ਜੰਗਲ ਗਵਾਉਣਾ, ਹੋਰ ਪਾਣੀ ਗਵਾਉਣਾ ਜਿਹੜਾ ਉਹ ਅਫੋਰਡ ਹੀ ਨਹੀਂ ਕਰਦਾਗਾ। ਜੀ ਹਾਂਜੀ ਬਿਲਕੁਲ, ਤੁਸੀਂ ਬੜੀ ਵਧੀਆ ਗੱਲ ਕਹੀ ਹੈ ਕਿ ਜਿਵੇਂ ਪੰਜਾਬ ਦਾ ਦਰਿਆਵਾਂ ਦੀ ਵੀ ਤੁਸੀਂ ਗੱਲ ਕੀਤੀ ਹੈ ਕਿ ਉਹ ਵੀ ਇੱਕ ਜਿਹੜੇ 4 ਪਿਲਰਸ ਨੇ ਪੰਜਾਬ ਦੇ, ਉਹਦੇ ਵਿੱਚ ਦਰਿਆ ਵੀ ਇੱਕ ਨੇ, ਤੇ ਪੰਜਾਬ ਦਾ ਜਿਹੜਾ ਹਾਂਜੀ ਨਾਮ ਹੈ ਉਹ ਵੀ 5 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਹੁਣ ਹਾਂਜੀ ਅਸੀਂ ਜੇ ਇਸ ਜੰਗਲਾਤ ਦੀ ਗੱਲ ਕਰੀਏ, ਮੱਤੇਵਾੜਾ ਦੇ ਜੰਗਲਾਂ ਦੀ, ਤੇ ਇਹਦੇ ਨਾਲ ਹੀ ਸਤਲੁਜ ਦਰਿਆ ਹੈ। ਤੇ ਹਾਂਜੀ ਦੇਖਿਆ ਜਾਵੇ ਤੇ ਇਹ ਜਿਹੜੇ ਜੰਗਲਾਤ ਦੇ ਉੱਪਰ ਜੇ ਅਸੀਂ ਸਨਅਤੀਕਰਨ ਕਰ ਦਿੰਦੇ ਹਾਂ, ਕਾਰਖਾਨੇ, ਹਾਂਜੀ ਤੇ ਜੇ ਅਸੀਂ এনवायरमेंट ਨੂੰ ਪੋਲਿਊਟ ਕਰਦੇ ਹਾਂ, ਤਾਂ ਉਹਦਾ ਸਭ ਤੋਂ ਜਿਹੜਾ ਵੱਡਾ ਅਸਰ ਹੈ ਉਹ ਸਤਲੁਜ ਦਰਿਆ ਤੇ ਵੀ ਪਏਗਾ। ਹਾਂਜੀ ਹਾਂਜੀ, ਬਿਲਕੁਲ, ਇਹਦੇ ਬਾਰੇ ਬਹੁਤ ਤੁਸੀਂ ਵੱਡਾ ਕੁਛ? ਅਸਰ ਹਾਂਜੀ ਪਊਗਾ। ਬਿਲਕੁਲ, ਬਹੁਤ ਅੱਛਾ। ਤੇ ਦੇਖੋ ਅੱਗੇ ਹੀ ਸਾਡੇ ਕੋਲ ਜਿਹੜਾ, ਜਿਹੜੇ 5 ਦਰਿਆ ਸੀ, ਹੁਣ 3 ਰਹਿ ਗਏ ਨੇ। 3 ਦੇ ਵੀ ਹੁਣ ਦੇਖ ਹਾਂਜੀ ਲਓ ਵੀ ਕਿੰਨਾ ਜ਼ਿਆਦਾ, ਪਹਿਲਾਂ ਜਿਹੜੀ ਬੁੱਢਾ ਨਹਿਰ ਸੀ, ਜਿਹੜੀ ਬੁੱਢਾ ਦਰਿਆ ਜਿਹਨੂੰ ਕਿਹਾ ਜਾਂਦਾ ਹੈ, ਉਹਨੂੰ ਆਲਰੇਡੀ ਕਾਲਾ ਕਰ ਚੁੱਕੇ ਆ। ਉਹ ਨਹਿਰ ਦਾ ਕੀ ਬਣ ਚੁੱਕਾ ਹੈ ਸਾਰਿਆਂ ਨੂੰ ਪਤਾ ਹੈਗਾ। ਉਹ ਸਾਡੇ ਵਾਸਤੇ ਇੱਕ ਵੱਡੀ ਉਦਾਹਰਣ ਹੈ। ਤੇ ਹੁਣ ਜੇ ਅਸੀਂ ਸਤਲੁਜ ਦਰਿਆ ਨੂੰ, ਇਹਦਾ ਕੀ ਬਣੇਗਾ, ਇਹ ਦੇਖਿਆ ਜਾਣਾ ਚਾਹੀਦਾ ਹੈ। ਦੇਖੋ ਜੀ, ਜਿਹੜਾ ਸਤਲੁਜ ਦਰਿਆ ਹੈ ਉਹ ਵੀ ਪਹਿਲਾਂ ਹੀ ਖਤਰੇ ਵਿੱਚ ਪਿਆ ਹੋਇਆ, ਪਰ ਜਿਹੜੇ ਪੰਜਾਬ ਦੇ ਵਿੱਚ ਅਨੇਕਾਂ ਹੀ ਹੋਰ ਛੋਟੇ ਨਦੀਆਂ ਨਾਲੇ ਸੀਗੇ, ਜੀ ਜਿਵੇਂ ਵੇਈ ਨਦੀ ਸੀ, 2 ਨਦੀਆਂ ਸੀਗੀਆਂ, ਜੀ ਚਿੱਟੀ ਤੇ ਕਾਲੀ ਵੇਈ, ਉਹ ਬਿਲਕੁਲ ਵੀ ਨਹੀਂ ਸਾਡੇ ਤੋਂ ਬਚਾਈਆਂ ਗਈਆਂ। ਹਾਲਾਂਕਿ ਉਹਦੀ ਵੇਈ ਦੀ ਕਿੱਡੀ ਵੱਡੀ ਮਹਾਨਤਾ। ਹੁਣ ਉਹ ਬਿਲਕੁਲ ਨਦੀ ਦੇ ਰੂਪ, ਉੱਥੇ ਕੰਮ ਹੋਇਆ, ਪਰ ਉਹ ਨਦੀ ਦੇ ਰੂਪ ਚ ਨਹੀਂ। ਪਾਣੀ ਮੈਂ ਉੱਥੇ ਜਾ ਕੇ ਦੇਖਿਆ, ਉਹ ਖੜਾ ਹੀ ਹੈ, ਉਹਨਾਂ ਵਗਦਾ ਨਹੀਂਗਾ ਪਾਣੀ। ਉਹ ਵਗਦੀ ਕੁਦਰਤੀ ਨਦੀ ਵਗਦੀ ਹੁੰਦੀ ਹੈ, ਜਿਵੇਂ ਉਵੇਂ ਵਗਦੀ ਨਦੀ ਨਹੀਂ ਗੀ ਉਹ। ਜੀ ਸੋ ਪੰਜਾਬ ਦੇ ਵਿੱਚ ਇਹ ਉਜਾੜਾ ਜਿਹੜਾ ਬਹੁਤ ਵੱਡੇ ਪੱਧਰ ਤੇ ਹੋ ਚੁੱਕਿਆ ਹੈ। ਤੇ ਜਿਹੜਾ ਜੰਗਲ ਹੈ ਉਹ ਕਿਸੇ ਖੇਤਰ ਦਾ ਜਿਹੜਾ ਕੁਦਰਤੀ ਸੰਤੁਲਨ ਹੈ ਉਹਨੂੰ ਬਣਾਈ ਰੱਖਣ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਤਰੀਕਿਆਂ ਨਾਲ ਜੰਗਲ ਯੋਗਦਾਨ ਪਾਉਂਦਾ। ਬਿਲਕੁਲ ਜੀ ਜਿਵੇਂ ਜੰਗਲ ਆ ਜਿਹੜਾ, ਉਹ ਮਿੱਟੀ ਹੈ ਜਿਹੜੀ ਉਹਨੂੰ ਖੁਰ ਨੂੰ ਬਚਾਉਂਦਾ। ਜਿਹੜਾ ਮੀਂਹ ਦਾ ਹਾਂਜੀ ਪਾਣੀ ਹੈ ਉਹਨੂੰ ਹੌਲੀ ਹੌਲੀ ਜੰਗਲ ਆਪਣੇ ਵਿੱਚ ਜੀਰਦਾ ਤੇ ਧਰਤੀ ਦੇ ਵਿੱਚ ਘੁਲੀ ਜਾਂਦਾ। ਜਿੱਥੇ ਹਾਂਜੀ ਧਰਤੀ ਰੜੀ ਹੈ ਉੱਥੇ ਮੀਂਹ ਦਾ ਪਾਣੀ ਆਉਂਦਾ ਤੇ ਰੁੜ ਕੇ ਦੂਰ ਚਲਿਆ ਜਾਂਦਾ, ਬਿਲਕੁਲ ਤੇ ਉਹ ਧਰਤੀ ਦੇ ਵਿੱਚ ਜੀਰਦਾ ਨਹੀਂਗਾ। ਜਿੰਨਾ ਰਕਬਾ ਜੰਗਲ ਹੇਠ ਵੱਧ ਹੋਊਗਾ ਓਨਾ ਹੀ ਚੰਗੀ ਗੱਲ ਹੋਊਗੀ। ਇੱਥੇ ਮੈਂ ਬਿਲਕੁਲ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ। ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਮੱਤੇਵਾੜਾ ਜੰਗਲ ਦੇ ਸੰਘਰਸ਼ ਨੂੰ ਸਿਰਫ ਮੱਤੇਵਾੜਾ ਜੰਗਲ ਤੱਕ ਸੀਮਿਤ ਕਰਕੇ ਨਾ ਰੱਖੋ, ਇਹਨੂੰ ਬਿਲਕੁਲ ਸੰਘਰਸ਼ ਨੂੰ ਪੂਰੇ ਪੰਜਾਬ ਦੇ ਉੱਤੇ ਫੈਲਾ ਦੇਣਾ ਚਾਹੀਦਾ ਹੈ। ਉਹਦੇ ਲਈ ਇੱਕ ਤਾਂ ਸਰਕਾਰ ਦੇ ਉੱਤੇ ਇਹ ਦਬਾਅ ਪਾਉਣਾ ਚਾਹੀਦਾ ਹੈ ਕਿ ਜਿੰਨੀ ਵੀ ਸਰਕਾਰੀ ਜ਼ਮੀਨ ਹੈ, ਭਾਵੇਂ ਉਹ ਪੰਚਾਇਤੀ ਜ਼ਮੀਨ ਹੈ ਪਿੰਡਾਂ ਦੀ, ਭਾਵੇਂ ਉਹ ਸਰਕਾਰ ਦੇ ਕਬਜ਼ੇ ਹੇਠ ਸ਼ਹਿਰਾਂ 'ਚ ਜ਼ਮੀਨ ਪਈ ਆ ਜਾਂ ਹੋਰ ਕਿਤੇ ਆ, ਜੀ ਉਸ ਜ਼ਮੀਨ ਦਾ ਤੀਜਾ ਹਿੱਸਾ ਜਿਹੜਾ ਉਹਦੇ ਤੇ ਜੰਗਲ ਲੱਗਣੇ ਚਾਹੀਦੇ ਆ ਜੀ ਨਵੇਂ ਸਿਰੇ ਤੋਂ। ਹਰ ਪਿੰਡ ਦੀ ਜਿੰਨੀ ਵੀ ਸ਼ਾਮਲਾਟ ਹੈ ਪੰਚਾਇਤੀ ਜ਼ਮੀਨ ਹੈ, ਉਹਦਾ ਤੀਜਾ ਹਿੱਸਾ ਜਿਹੜਾ ਉਹਦੇ ਤੇ ਜੰਗਲ ਲਾਉਣੇ ਚਾਹੀਦੇ ਆ ਸਰਕਾਰ ਨੂੰ, ਜੀ ਉਹਨੂੰ ਖੇਤੀ ਹੇਠੋਂ ਕੱਢ ਕੇ। ਤੇ ਜਿਹੜੀ ਸ਼ਹਿਰਾਂ ਦੇ ਵਿੱਚ ਬੇਬਾਦ ਸਰਕਾਰੀ ਜ਼ਮੀਨਾਂ ਬਹੁਤ ਥਾਵਾਂ ਪਈਆਂ, ਉਹਨਾਂ ਤੇ ਸਾਰੇ ਤੇ ਉਹਦੇ ਤੀਜੇ ਹਿੱਸੇ ਨਹੀਂ, ਉਹਦੇ ਤੇ ਸਾਰੇ ਤੇ ਜੰਗਲ ਲੱਗਣੇ ਚਾਹੀਦੇ ਆ। ਜੀ ਦੂਜੀ ਗੱਲ, ਜਿੰਨੀ ਵੀ ਇੰਡਸਟਰੀ ਆ, ਵੱਡੀ ਇੰਡਸਟਰੀ ਆ ਜਿਹੜੀ, ਇੰਡਸਟਰੀ ਤੇ ਇਹ ਸ਼ਰਤ ਲਾਉਣੀ ਚਾਹੀਦੀ ਹੈ ਵੀ ਜਿੰਨੇ ਜਗ੍ਹਾ ਦੇ ਵਿੱਚ ਕੋਈ ਸਨਅਤ ਲੱਗਦੀ ਹੈ ਉਹਦਾ ਚੌਥਾ ਹਿੱਸਾ ਜ਼ਮੀਨ ਹੈ ਜਿਹੜੀ, ਉਹਦੇ ਤੇ ਉਹ ਸਨਅਤ ਦੀ ਜ਼ਿੰਮੇਵਾਰੀ ਹੋਵੇ ਵੀ ਉਹ ਜੰਗਲ ਲਾਵੇ। ਮੰਨ ਲਓ ਕੋਈ ਬਿਲਕੁਲ ਫੈਕਟਰੀ ਹੈ ਜਿਹੜੀ ਉਹ 50 ਏਕੜ ਦੇ ਵਿੱਚ ਲੱਗੀ ਹੈ, ਤਾਂ ਜੀ ਉਸ 50 ਏਕੜ ਦੇ ਵਿੱਚੋਂ 12.5 ਏਕੜ ਆ ਜਿਹੜਾ ਉਹ ਜੰਗਲ ਹੇਠ ਰਕਬਾ ਚਾਹੀਦਾ, ਤੇ ਇਹ ਜ਼ਿੰਮੇਵਾਰੀ ਵੀ ਉਸ ਸਨਅਤ ਦੀ ਚਾਹੀਦੀ ਹੈ। ਜੀ ਇੱਕ ਗੱਲ ਮੈਂ ਹੋਰ, ਇਹ ਤਾਂ ਸਰਕਾਰ ਨੂੰ, ਜਿਹੜੇ ਸਰਕਾਰ ਨੇ ਕੰਮ ਕਰਨੇ ਆ ਦੋ, ਉਹ ਹੈ ਜਿਹਦੇ ਵਾਸਤੇ ਸਾਰਿਆਂ ਨੂੰ ਸਰਕਾਰ ਦੇ ਉੱਤੇ ਦਬਾਅ ਪਾਉਣਾ ਚਾਹੀਦਾ। ਇੱਕ ਹੋਰ ਬਿਲਕੁਲ ਗੱਲ ਮੈਂ ਕਹਿਣੀ ਚਾਹੁੰਦਾ, ਉਹ ਇਹ ਹੈ ਕਿ ਜਿਹੜੇ ਸਾਡੇ ਸੱਜਣ, ਸਾਡੇ ਵਰਗੇ, ਸੋ ਇਹ ਅਸੀਂ ਕੰਮ ਕਰਨਾ, ਇਹ ਸਾਡੀ ਜ਼ਿੰਮੇਵਾਰੀ ਹੈ। ਜਿਹੜੇ ਪ੍ਰਦੇਸ਼ਾਂ ਦੇ ਵਿੱਚ ਵੱਸਦੇ ਆ ਸਾਡੇ ਵਰਗੇ, ਉਹਨਾਂ ਦੇ ਸਾਹਮਣੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ, ਤੇ ਮੈਂ ਆਪ ਵੀ ਇਹ ਕੰਮ ਹੈ ਜਿਹੜਾ ਉਹ ਅਗਲੇ ਸਾਲ ਸ਼ੁਰੂ ਕਰਨ ਲੱਗਾ, ਕਿ ਜੀ ਤੁਹਾਡੀ ਜਿੰਨੀ ਵੀ ਜ਼ਮੀਨ ਹੈ
ਉਹਦੇ ਘੱਟ ਤੋਂ ਘੱਟ ਤੀਜੇ ਹਿੱਸੇ ਦੇ ਵਿੱਚ ਤੇ ਵੱਧ ਤੋਂ ਵੱਧ ਭਾਵੇਂ ਸਾਰੀ ਦੇ ਵਿੱਚ ਜੰਗਲ ਲਾਓ। ਜੀ ਜਿਹੜੀ ਦੇਖੋ ਜਿਹੜਾ ਜਿਹੜਾ ਜ਼ਮੀਨ ਦਾ ਠੇਕਾ ਆ ਉਹ ਕੋਈ ਇੰਨਾ ਮੈਟਰ ਨਹੀਂ ਕਰਦਾ। ਜੇ ਤੁਸੀਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਰਹਿੰਦੇ ਹੋ ਉਹਦੇ ਨਾਲ ਕੋਈ ਬਾਲਾ ਘਾਟਾ ਨਹੀਂ ਪੈਣ ਲੱਗਿਆਗਾ। ਸੋ ਸਾਰੇ ਪ੍ਰਵਾਸੀ ਵੀਰ ਜਿੰਨੇ ਵੀ ਸੁਣਦੇ ਆ, ਜਿਹੜੇ ਵੀ ਮੁਲਕ ਦੇ ਵਿੱਚ ਬੈਠੇ ਆ, ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਦੀ ਜ਼ਮੀਨ ਦੇ ਤੀਜੇ ਹਿੱਸੇ ਦੇ ਵਿੱਚ ਜ਼ਰੂਰ ਜੰਗਲ ਲਾਓ, ਸੰਘਣਾ ਜੰਗਲ ਲਾਓ। ਉਹਦੇ ਨਾਲ ਪੰਜਾਬ ਦਾ ਜੰਗਲ ਹੇਠਲਾ ਰਕਬਾ ਜਿਹੜਾ ਉਹ ਕਾਫੀ ਹੱਦ ਤੱਕ ਵੱਧ ਸਕਦਾ ਹੈ। ਜੇ ਕੋਈ ਅਫੋਰਡ ਕਰਦਾ ਤਾਂ ਉਹ ਭਾਵੇਂ ਸਾਰੀ ਜ਼ਮੀਨ ਦੇ ਵਿੱਚ ਜੰਗਲ ਲਾ ਦੇਵੇ। ਸੋ ਇੱਕ ਪਾਸੇ ਸਰਕਾਰ ਦੇ ਕਰਨ ਵਾਲੇ ਕੰਮ ਆ ਜਿਹੜੇ ਉਹਨਾਂ ਤੇ ਸਾਡੀ ਨਿਗਾਹ ਚਾਹੀਦੀ ਹੈ, ਇੱਕ ਪਾਸੇ ਜਿਹੜੇ ਸਾਡੇ ਕਰਨ ਵਾਲੇ ਕੰਮ ਹੈ ਉਹਨਾਂ ਤੇ ਵੀ ਸਾਡੀ ਨਿਗਾਹ ਚਾਹੀਦੀ ਹੈ। ਸੋ ਇਹ ਦੋ ਬੇਨਤੀਆਂ ਮੈਂ ਕਰਦਾ ਸਾਰੇ ਵੀਰਾਂ ਭੈਣਾਂ ਨੂੰ। ਜੀ ਜ਼ਰੂਰ, ਤੁਸੀਂ ਬਹੁਤ ਸੋਹਣੀ ਅਪੀਲ ਕੀਤੀ ਹੈ। ਮੈਂ ਨਾਲ ਹੀ ਇੱਕ ਫੋਟੋ ਜਿਹੜੀ ਹੈ ਉਹ ਸਾਂਝੀ ਕਰ ਰਹੀ ਹਾਂ ਜੀ ਸਕਰੀਨ ਦੇ ਉੱਪਰ। ਸੋ ਇਹ ਜੀ ਉਹ ਨਕਸ਼ਾ ਜਿਹੜਾ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਜਿਹੜੇ ਏਰੀਆ ਦੇ ਵਿੱਚ ਸਰਕਾਰ ਨੇ ਕਿਹਾ ਹੈ ਕਿ ਕਾਰਖਾਨੇ ਜਿਹੜੇ ਸਨਅਤੀ ਪਾਰਕ ਲਗਾਇਆ ਜਾਏਗਾ। ਸੋ ਇਹ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ, ਇਹ ਸਰਕਾਰ ਵੱਲੋਂ ਜਿਹੜਾ ਬਣਾਇਆ ਗਿਆ ਨਕਸ਼ਾ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜਿਹੜਾ ਲਾਗੇ ਹੈ। ਉਹ ਕਹਿ ਰਹੇ ਨੇ ਕਿ ਅਸੀਂ ਜੰਗਲ ਦੇ ਵਿੱਚ ਭਾਵੇਂ ਨਹੀਂ ਲਗਾ ਰਹੇ, ਉਹਦੇ ਲਾਗੇ ਲਗਾ ਰਹੇ ਹਾਂ, ਬਟ ਉਹਦੀ ਜਿਹੜੀ ਵਿੱਥ ਹੈ ਦੇਖੋ ਬਹੁਤ ਘੱਟ ਹੈ ਤੇ ਇਹਦਾ ਜਿਹੜਾ ਸਿੱਧਾ ਅਸਰ ਹੈ ਉਹ ਜੰਗਲਾਤ ਤੇ ਕੁਦਰਤ ਤੇ ਪਏਗਾ। ਇਹਦਾ ਦੇਖੋ ਜੀ, ਇਹਦਾ ਮਤਲਬ ਇਹ ਹੈ ਕਿ ਉਹ ਜੰਗਲ ਤਬਾਹ ਹੋ ਜਾਣਾ। ਜੇ ਇਹ ਸਨਅਤੀ ਇਲਾਕਾ ਬਣ ਗਿਆ ਤਾਂ ਉਹ ਜੰਗਲ ਤਬਾਹ ਹੋ ਜਾਣਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਬਿਲਕੁਲ ਜੀ। ਤੇ ਅਜੇ ਸਰਕਾਰ ਜਿਹੜੀ ਹੈ ਰੋਜ਼ ਕੁਛ ਨਾ ਕੁਛ ਬਿਆਨਬਾਜ਼ੀ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਰੋਜ਼ ਨਵੇਂ ਬਿਆਨ ਆ ਰਹੇ ਨੇ ਕਿਉਂਕਿ ਲੋਕਾਂ ਦੇ ਵੱਲੋਂ ਜਿਹੜੀ ਲਹਿਰ ਬਣ ਰਹੀ ਹੈ ਉਹਨੂੰ ਦੇਖ ਕੇ ਸਰਕਾਰ ਜਿਹੜੇ ਹੈ ਇੱਕ ਡਿਪਾਰਟਮੈਂਟ ਕਹਿ ਰਿਹਾ ਕਿ ਨਹੀਂ ਸਾਨੂੰ ਕੋਈ ਜਾਣਕਾਰੀ ਨਹੀਂ ਹੈ, ਦੂਸਰਾ ਕੁਛ ਹੋਰ ਕਹਿ ਰਿਹਾ ਹੈ। ਸੋ ਇਹਦੇ ਬਾਰੇ ਵੀ ਜਿਹੜੀ ਗੱਲਬਾਤ ਹੈ ਅਸੀਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਉੱਥੋਂ ਦੇ ਡਿਪਾਰਟਮੈਂਟ ਦੇ ਜਿਹੜੇ ਨੁਮਾਇੰਦੇ ਨੇ ਜਾਂ ਜਿਹੜੇ ਪੰਜਾਬ ਤੋਂ ਜਿਹੜੇ ਲੋਕੀ ਇਸ ਲਹਿਰ ਨੂੰ ਅੱਗੇ ਚਲਾ ਰਹੇ ਨੇ ਤੇ ਉਹਨਾਂ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕਰੀਏ। ਉਹ ਵੀ ਅਸੀਂ ਗੱਲਬਾਤ ਜਿਹੜੀ ਆਉਂਦੇ ਦਿਨਾਂ ਦੇ ਵਿੱਚ ਲੈ ਕੇ ਆਵਾਂਗੇ। ਸੋ ਤੁਸੀਂ ਬਹੁਤ ਵਧੀਆ ਜਿਹੜੀ ਜਾਣਕਾਰੀ ਡਾਕਟਰ ਸਾਹਿਬ ਤੁਸੀਂ ਸਾਂਝੀ ਕਰ ਰਹੇ ਹੋ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੰਜਾਬ ਦੇ ਸੱਭਿਆਚਾਰ ਸਾਡੀ ਕਵਿਤਾਵਾਂ ਦੇ ਵਿੱਚ ਵੀ ਦਰਖਤਾਂ ਦਾ, ਕੁਦਰਤ ਦਾ ਜਿਹੜਾ ਚਿੰਤਨ ਹੈ ਉਹ ਆਉਂਦਾ ਹੈ ਤੇ ਗੁਰਬਾਣੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਿੰਨੇ ਦਰਖਤਾਂ ਦੇ ਨਾਮ ਜਿਹੜੇ ਆ ਉਹ ਅਸੀਂ ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ। ਕਿੰਨੀ ਗੁਰਬਾਣੀ ਦੇ ਵਿੱਚ ਸਿੰਮਲ ਰੁੱਖ ਸਰਾਏ ਦਾ, ਨਿੰਮਾਂ ਦੀ ਗੱਲ ਆਉਂਦੀ ਹੈ, ਸੰਦਲ ਦੀ ਗੱਲ ਆਉਂਦੀ ਹੈ। ਸੋ ਕਿੰਨੇ ਦਰਖਤਾਂ ਦੀ, ਕਿੰਨੇ ਮਤਲਬ ਇਹੋ ਜਿਹੇ ਦਰਖਤਾਂ ਦੀ ਗੱਲ ਆਉਂਦੀ ਤੇ ਕੱਲ ਨੂੰ ਜੇ ਅਸੀਂ ਆਪਣੀ ਪੀੜ੍ਹੀ ਨੂੰ ਪੰਜਾਬ ਲੈ ਕੇ ਜਾਈਏ ਤੇ ਉਹਨਾਂ ਨੇ ਕਹਿਣਾ ਵੀ ਇਹ ਗੁਰਬਾਣੀ ਵਾਲੇ ਸਾਰੇ ਦਰਖਤ ਹੈ ਕਿੱਥੇ ਨੇ, ਤੇ ਅਸੀਂ ਕੀ ਕਵਾਂਗੇ ਕਿ ਅਸੀਂ ਕੈਨੇਡਾ 'ਚ ਹੈਗੇ ਨੇ। ਮਤਲਬ ਇਹ ਗੱਲਾਂ ਸੋਚਣ ਵਾਲੀਆਂ, ਸ਼ਾਇਦ ਅਸੀਂ ਆਮ ਤੌਰ ਤੇ ਆਪਣੀ ਜ਼ਿੰਦਗੀ ਦੇ ਵਿੱਚ ਸੋਚਦੇ ਨਹੀਂ ਹਾਂ, ਬਟ ਇਹਦਾ ਸਾਡੀ ਆਉਣ ਵਾਲੀ ਪੀੜ੍ਹੀਆਂ ਤੇ ਕਿੰਨਾ ਪ੍ਰਭਾਵ ਪੈਣਾ ਹੈ ਇਹ ਸਾਨੂੰ ਸਾਰਿਆਂ ਨੂੰ ਮਤਲਬ ਬਹੁਤ ਸੋਚਣਾ ਜ਼ਰੂਰੀ ਹੈ ਜੀ ਇਹਦੇ ਬਾਰੇ। ਦੇਖੋ ਜੀ, ਜੇ ਅਸੀਂ 12 ਮਾਹ ਤੁਖਾਰੀ ਦਾ ਪਾਠ ਕਰੀਏ ਤਾਂ ਮੈਨੂੰ ਲੱਗਦਾ ਵੀ ਇੱਕ ਵਾਰੀ ਪਾਠ ਕਰਨ ਨਾਲ ਹੀ ਬੰਦੇ ਦਾ ਕੁਦਰਤ ਨਾਲ ਪ੍ਰੇਮ ਪੈ ਜਾਂਦਾ। ਇੰਨਾ ਉਹਦੇ ਵਿੱਚ ਗੁਰੂ ਸਾਹਿਬ ਨੇ ਕੁਦਰਤ ਦਾ ਸੋਹਣਾ ਚਿੱਤਰਣ ਕੀਤਾ। ਤੇ ਖਾਸ ਗੱਲ ਇਹ ਆ, ਜਿਵੇਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਕਿ ਜਿਹੜੀ ਕੁਦਰਤ ਹੈ ਇਹੀ ਸਾਨੂੰ ਕਾਦਰ ਨਾਲ ਜੋੜਨ ਦਾ ਕੰਮ ਕਰਦੀ ਹੈ, ਇਹੀ ਸਾਨੂੰ ਪਰਮਾਤਮਾ ਨਾਲ ਜੋੜਨ ਦਾ ਕੰਮ ਕਰਦੀ ਹੈ। ਜਦੋਂ ਅਸੀਂ ਕਿਸੇ ਸੋਹਣੇ ਕੁਦਰਤੀ ਦ੍ਰਿਸ਼ ਨੂੰ ਵੇਖਦੇ ਆ ਤਾਂ ਸਾਡਾ ਮਨ ਆ ਜਿਹੜਾ ਉਹ ਕਾਦਰ ਦੇ ਸਾਹਮਣੇ ਝੁਕ ਜਾਂਦਾ ਜੀ। ਸਾਡੇ ਬਦੋ-ਬਦੀ ਸਾਡੇ ਸਾਹਮਣੇ ਮੂੰਹ ਚੋਂ ਨਿਕਲਦੀ ਆ ਗੱਲ ਕਿ ਦੇਖੋ ਰੱਬ ਨੇ ਕਿੰਨਾ ਸੋਹਣੀ ਧਰਤੀ ਸਾਜੀ ਹੈ, ਕਿੰਨਾ ਸੋਹਣਾ। ਹਾਂਜੀ, ਜਿਹੜੀ ਦੇਖੋ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜੰਗ ਲੜੀ ਜਾਣੀ ਹੈ ਉਹ ਲੜੀ ਜਾਣੀ ਹੈ ਵਾਤਾਵਰਨ ਨੂੰ ਬਚਾਉਣ ਵਾਸਤੇ। ਉਹਦੇ ਚ ਇੱਕ ਪਾਸੇ ਆਮ ਲੋਕ ਹੋਣਗੇ ਤੇ ਇੱਕ ਪਾਸੇ ਦੁਨੀਆ ਭਰ ਦੀਆਂ ਸਰਕਾਰਾਂ ਤੇ ਵੱਡੇ ਵਪਾਰੀ ਆ ਜਿਹੜੇ ਉਹ ਹੋਣਗੇ। ਸੋ ਇਸ ਲੜਾਈ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸਿੱਖਾਂ ਨੂੰ ਬਹੁਤ ਵੱਡਾ ਰੋਲ ਆ ਜਿਹੜਾ ਉਹ ਅਦਾ ਕਰਨਾ ਚਾਹੀਦਾ ਹੈ। ਤੇ ਸਾਡਾ ਜਿਹੜਾ ਗੁਰਬਾਣੀ ਦਾ ਵਿਸ਼ਵ ਦ੍ਰਿਸ਼ਟੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹਦੇ ਵਿੱਚ ਮੈਂ ਇਹ ਸਮਝਦਾ ਕਿ ਉਹਦੇ ਵਿੱਚ ਐਡੀ ਕੁ ਵੱਡੀ ਤਾਕਤ ਹੈ ਕਿ ਅਸੀਂ ਦੁਨੀਆ ਨੂੰ ਇੱਕ ਨਵਾਂ ਮਾਡਲ ਦੇ ਸਕਦੇ ਹਾਂ ਕੁਦਰਤ ਨਾਲ ਇਕਸੁਰ ਹੋ ਕੇ ਜਿਉਣ ਦਾ, ਜਿਹੜਾ ਕਿ ਪੱਛਮੀ ਮੁਲਕਾਂ ਕੋਲੇ ਵੀ ਹੈ ਨਹੀਂਗਾ। ਭਾਵੇਂ ਇੱਥੇ ਕੁਦਰਤ ਨੂੰ ਬਹੁਤ ਹੱਦ ਤੱਕ ਸਾਂਭ ਕੇ ਰੱਖਿਆ ਗਿਆ, ਪਰ ਇਹਨਾਂ ਦਾ ਜਿਹੜਾ ਵਿਕਾਸ ਦਾ ਮਾਡਲ ਹੈ ਓਵਰਆਲ ਉਹ ਕੁਦਰਤ ਦੇ ਵਿਰੁੱਧ ਹੀ ਭੁਗਤਦਾ। ਕਿਉਂਕਿ ਇੱਥੇ ਵੀ ਵਾਤਾਵਰਨ ਨਾਲ ਸੰਬੰਧਿਤ, ਜਿਵੇਂ ਮੈਂ ਹੁਣ ਕੈਨੇਡਾ ਦੇ ਵਿੱਚ ਰਹਿਣਾ ਤੇ ਕੈਨੇਡਾ ਦੇ ਵਿੱਚ ਵੋਟਾਂ ਦੇ ਵਿੱਚ ਵਾਤਾਵਰਨ ਦਾ ਮੁੱਦਾ ਜਿਹੜਾ ਉਹ ਮੁੱਖ ਮੁੱਦਾ ਬਣਿਆ ਹੋਇਆ ਤੇ ਬਹੁਤ ਵੱਡੇ ਪੱਧਰ ਤੇ। ਆਸਟ੍ਰੇਲੀਆ ਦੇ ਵਿੱਚ ਵੀ ਹੁਣ ਪਿੱਛੇ ਜੇ ਜਦੋਂ ਜੰਗਲਾਂ ਦੇ ਵਿੱਚ ਅੱਗ ਲੱਗੀ ਸੀ ਤਾਂ ਉਹ ਵਾਤਾਵਰਨ ਦਾ ਮੁੱਦਾ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਉਹ ਉੱਭਰ ਕੇ ਸਾਹਮਣੇ ਆਇਆ। ਸੋ ਪੱਛਮੀ ਮੁਲਕਾਂ ਦੇ ਵਿੱਚ ਵੀ ਸਾਰਾ ਕੁਛ ਠੀਕ ਨਹੀਂ ਗਾ, ਪੱਛਮੀ ਮੁਲਕਾਂ ਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਹੈਗੀਆਂ, ਪਰ ਇੰਡੀਆ ਦੇ ਮੁਕਾਬਲੇ ਇੱਥੇ ਸਥਿਤੀ ਆ ਜਿਹੜੀ ਉਹ ਬਹੁਤ ਵਧੀਆ। ਪਰ ਇਹ ਜਿਹੜਾ ਵਿਸ਼ਵ ਵਿਆਪੀ ਸੰਘਰਸ਼ ਲੜਿਆ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ,
ਜੀ ਉਸ ਸੰਘਰਸ਼ ਦੇ ਵਿੱਚ ਸਿੱਖ ਮੋਹਰੀ ਰੋਲ ਅਦਾ ਕਰ ਸਕਦੇ ਆ ਤੇ ਸਾਨੂੰ ਮੱਤੇਵਾੜਾ ਜੰਗਲ ਦੇ ਸੰਘਰਸ਼ ਨੂੰ ਉਹਦੇ ਪਹਿਲੇ ਕਦਮ ਵਜੋਂ ਲੈਣਾ ਚਾਹੀਦਾ ਬਿਲਕੁਲ ਤੇ ਇਸ ਸੰਘਰਸ਼ ਨੂੰ ਇਹ ਪਹਿਲਾ ਕਦਮ ਹੈ, ਇਹਨੂੰ ਹੋਰ ਅੱਗੇ ਵਧਾਉਣਾ ਚਾਹੀਦਾ। ਸੋ ਇਹਨੂੰ ਮੱਤੇਵਾੜਾ ਜੰਗਲ ਤੱਕ ਸੀਮਿਤ ਕਰਕੇ ਨਾ ਰੱਖੋ, ਇਹਨੂੰ ਸਰਕਾਰ ਨੂੰ ਇਸ ਗੱਲ ਵਾਸਤੇ ਮਜਬੂਰ ਕਰੋ ਕਿ ਤੀਜਾ ਹਿੱਸਾ ਸਰਕਾਰੀ ਜ਼ਮੀਨ ਦੇ ਉੱਤੇ ਜੰਗਲ ਲੱਗੇ, ਫੋਰੈਸਟ ਕਵਰ ਆ ਜਿਹੜਾ ਪੰਜਾਬ ਦੇ ਵਿੱਚ ਉਹ ਵਧੇ। ਉਹ 3.65% ਆ ਅੱਜ, ਉਹ ਘੱਟੋ ਘੱਟ 25% ਹੋਣਾ ਚਾਹੀਦਾ। ਜੇ ਉਹ 25% ਹੋ ਜਾਵੇ ਤਾਂ ਪੰਜਾਬ ਦੀ ਕਾਇਆ ਕਲਪ ਹੋ ਸਕਦੀ ਹੈ। ਪੰਜਾਬ ਦਾ ਧਰਤੀ ਹੇਠਲਾ ਪਾਣੀ ਵੀ ਉੱਤੇ ਆ ਜਾਊਗਾ, ਜਿਹੜੀ ਮਿੱਟੀ ਦੀ ਉਪਜਾਊ ਪਰਤ ਹੈ ਉਹ ਖੁਰਨੋਂ ਬਚ ਜਾਊਗੀ, ਪੰਜਾਬ ਦਾ ਆਬੋ ਹਵਾ ਬਹੁਤ ਜ਼ਿਆਦਾ ਸੁਧਾਰ ਹੋ ਜਾਊਗਾ, ਪੰਜਾਬ ਦੇ ਲੋਕਾਂ ਦੀ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਊਗਾ। ਸੋ ਇਹ ਕਿਉਂ ਨਹੀਂ ਕੀਤਾ ਜਾ ਸਕਦਾ? ਕੀਤਾ ਜਾ ਸਕਦਾ ਬਿਲਕੁਲ। ਇਹਨੂੰ ਇਹੀ ਸੋਚ ਕੇ ਕਰਨਾ ਚਾਹੀਦਾ, ਇਹ ਨਹੀਂ ਸੋਚ ਕੇ ਕਰਨਾ ਚਾਹੀਦਾ ਬਈ ਇਹ 5-10 ਦਿਨ ਰੌਲਾ ਪੈਣਾ ਸੋਸ਼ਲ ਮੀਡੀਆ ਤੇ ਮੁੜ ਕੇ ਸਾਰਾ ਕੁਝ ਉਵੇਂ ਹੀ ਫੇਰ ਬੈਕ ਟੂ ਨਾਰਮਲ ਹੋ ਜਾਣਾ। ਸੋ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਨ ਸਾਰੇ ਜਿਹੜੇ ਸਰੋਤੇ ਨੇ। ਤੁਸੀਂ ਬਹੁਤ ਸੰਖੇਪ ਰੂਪ ਚ ਸਾਰੇ ਜਿਹੜੇ ਤੱਥ ਨੇ ਤੇ ਸਾਰੀ ਜਿਹੜੀ ਅਪੀਲ ਹੈ ਉਹ ਸਾਰਾ ਕੁਝ ਬੜਾ ਵਧੀਆ ਸੰਬੋਧਿਤ ਕਰ ਦਿੱਤਾ ਹੈ। ਸੋ ਕਹਿੰਦੇ ਨੇ ਨਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ, ਤੇ ਉਹੀ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਪੜਾਅ ਜਿਹੜਾ ਚੱਲ ਰਿਹਾ ਹੈ ਤੇ ਪੰਜਾਬ ਜਿੰਦਾ ਵੀ ਗੁਰਾਂ ਦੇ ਨਾਂ ਤੇ ਜਿਹੜੀ ਹਿੰਮਤ ਬਖਸ਼ ਰਹੇ ਨੇ ਗੁਰੂ ਸਾਹਿਬ ਵੀ ਇਸ ਧਰਤੀ ਨੂੰ, ਕਿ ਇੰਨਾ ਕੁਝ ਸਾਡੇ ਨਾਲ ਗਲਤ ਹੋ ਰਿਹਾ ਪਰ ਫਿਰ ਵੀ ਜਿਹੜੀ ਹੈ ਪੰਜਾਬ ਦੇ ਜਿਹੜੇ ਪੰਜਾਬੀ ਜਿਹੜੀ ਉੱਥੋਂ ਦੀ ਵਸੋਂ ਆ ਚੜ੍ਹਦੀ ਕਲਾ ਦੇ ਵਿੱਚ ਹੈਗੀ ਹੈ। ਤੇ ਸਾਡੇ ਸਾਹਮਣੇ ਬਹੁਤ ਹੀ ਮੁਹਿੰਮਾਂ ਨੇ, ਭਾਵੇਂ ਉਹ ਪਾਣੀਆਂ ਦੀ ਜਿਹੜੀ ਤਬਾਹੀ ਹੋ ਰਹੀ ਹੈ, ਭਾਵੇਂ ਸਾਡੇ ਹੁਣ ਜੰਗਲਾਤ ਦੀ ਹੋ ਰਹੀ ਹੈ, ਤੇ ਹੋਰ ਵੀ ਜਿਹੜੀ ਪੰਜਾਬੀਅਤ ਸਾਡਾ ਸੱਭਿਆਚਾਰ ਉੱਥੇ ਦਿਨੋ ਦਿਨ ਜਿਹੜਾ ਉਹ ਉੱਥੇ ਖਤਮ ਕਰਨ ਦੀਆਂ ਜਿਹੜੀਆਂ ਉੱਥੇ ਸਾਜ਼ਿਸ਼ਾਂ ਜਿਹੜੀਆਂ ਘੜੀਆਂ ਜਾ ਰਹੀਆਂ ਨੇ। ਸੋ ਸਾਨੂੰ ਬਹੁਤ ਹੀ ਜਿਹੜੇ ਕਹਿ ਰਹੇ ਨੇ ਤਕੜੇ ਹੋ ਕੇ ਫਿਰ ਵੀ ਇਹ ਜਿਹੜੀ ਲੜਾਈ ਹੈ ਇਹ ਲੜਨੀ ਪੈਣੀ ਹੈ। ਤੇ ਬਹੁਤ ਸਾਰੇ ਡਾਕਟਰ ਸਾਹਿਬ ਕਮੈਂਟਸ ਵੀ ਜਿਹੜੇ ਆ ਤੁਹਾਡੇ ਨਾਲ ਸਾਂਝੇ ਮੈਂ ਕਰਾਂਗੀ, ਇੱਥੇ ਆ ਰਹੇ ਨੇ ਜਿਹੜੇ। ਸੋ ਅਮਰਜੀਤ ਕੌਰ ਜੀ ਸਾਡੇ ਨਾਲ ਜੁੜੇ ਹੋਏ ਨੇ ਤੇ ਉਹ ਵੀ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਜਿਹੜੀ ਹੈ ਉਹ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਨਵੇਂ ਦਰਖਤ ਲਾਉਣ ਦੇ ਜ਼ੋਰ ਦਿੰਦੀ ਰਹਿੰਦੀ ਹੈ ਤੇ ਦੂਜੇ ਪਾਸੇ ਦਰਖਤਾਂ ਤੇ ਜੰਗਲਾਤ ਨੂੰ ਜਿਹੜਾ ਖਤਮ ਕਰ ਰਹੀ ਹੈ। ਸੋ ਇਹ ਬਹੁਤ ਹੀ ਖਤਰਨਾਕ ਜਿਹੜਾ ਰੁਝਾਨ ਹੈ। ਸੋ ਅਮਰਜੀਤ ਕੌਰ ਜੀ ਧੰਨਵਾਦ ਤੁਹਾਡਾ ਨਾਲ ਜੁੜਨ ਲਈ ਤੇ ਆਪਣੇ ਜਿਹੜੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਹੋਰ ਵੀ ਸਾਡੇ ਨਾਲ ਜਿਹੜੇ ਦਰਸ਼ਕ ਇਸ ਵਕਤ ਜੁੜੇ ਹੋਏ ਨੇ, ਸੋ ਕਾਫੀ ਇਸ ਜਿਹੜੀ ਗੱਲਬਾਤ ਨੂੰ ਕਾਫੀ ਅੱਛਾ ਵਿਚਾਰ ਕਹਿ ਰਹੇ ਨੇ ਜੀ। ਸੁਖਦੀਪ ਸਿੰਘ ਜੀ ਮੋਗਾ ਤੋਂ ਜੁੜੇ ਨੇ, ਉਹ ਕਹਿ ਰਹੇ ਨੇ ਕਿ ਪਿੰਡ ਪੱਧਰ ਤੇ ਵੀ ਜੇਕਰ ਪੰਚਾਇਤੀ ਸ਼ਾਮਲਾਟਾਂ ਨੂੰ ਚਿੜੀਆਂ ਦਾ ਰੂਪ ਦੇ ਦੇਣ ਤਾਂ ਉਹਦਾ ਜਿਹੜਾ ਅਸਰ ਹੈ ਸਾਰੇ ਪਿੰਡ ਤੇ ਦਿਸੇਗਾ। ਤੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਗੁਰੂ ਨਾਨਕ ਕਾਲਜ ਸਾਹਮਣੇ ਵੱਡਾ ਇੱਕ ਜੰਗਲ ਹੈ, ਜੇਕਰ ਉੱਥੋਂ ਲੰਘੀਏ ਤਾਂ ਬਾਕੀ ਸ਼ਹਿਰ ਨਾਲੋਂ ਤਾਪਮਾਨ ਦਾ ਵੱਡਾ ਫਰਕ ਹੈ। ਸੋ ਇਹ ਵੀ ਇੱਕ ਬੜੀ ਵੱਡੀ ਗੱਲ ਹੈ। ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਹੈ ਬਹੁਤ ਜਲਦੀ ਗਰਮੀਆਂ ਜਿਹੜੀਆਂ ਆ ਜਾਂਦੀਆਂ ਨੇ। ਅਸੀਂ ਗੱਲ ਕਰਦੇ ਹਾਂ ਉੱਥੋਂ ਦੇ ਲੋਕਾਂ ਨਾਲ ਤੇ ਉਹ ਪਹਿਲਾਂ ਹੀ ਦੱਸਦੇ ਨੇ ਕਿ ਗਰਮੀ ਹਰ ਸਾਲ ਜਿਹੜੀ ਵੱਧਦੀ ਜਾ ਰਹੀ ਹੈ। ਸੋ ਡੈਫੀਨੇਟਲੀ ਹੈ ਜੀ ਇਹਦਾ ਜਿਹੜਾ ਇਨਵਾਇਰਮੈਂਟ ਦਾ ਜਿਹੜਾ ਇੰਪੈਕਟ ਪੈ ਰਿਹਾ ਹੈ, ਸੜਕਾਂ ਬਣ ਰਹੀਆਂ ਨੇ ਸਾਈਡ ਤੋਂ, ਸਾਰੇ ਜਿਹੜੇ ਦਰਖਤ ਨੇ ਕੱਟੇ ਜਾ ਰਹੇ ਨੇ। ਜੇ ਕੋਈ ਸਾਈਕਲ ਚਲਾ ਰਿਹਾ ਹੋਵੇ, ਕੋਈ ਤੁਰ ਰਿਹਾ ਹੋਵੇ ਤੇ ਉਹ ਵਿਚਾਰਾ ਕਿੱਥੇ, ਕਹਿੰਦੇ ਨਾ 2 ਮਿੰਟ ਦੀ ਛਾਂ ਲੈਣੀ ਹੋਵੇ, ਉਹਨੇ ਕੁਦਰਤ ਦਾ ਆਨੰਦ ਮਾਣਨਾ ਹੋਵੇ ਤੇ ਬੈਠਣ ਲਈ ਕੋਈ ਜਗ੍ਹਾ ਹੀ ਨਹੀਂ ਹੈ, ਇਹ ਕੁਝ ਰਿਹਾ ਹੀ ਨਹੀਂ ਉੱਥੇ, ਤੇ ਕਿਵੇਂ ਉਹ ਮਤਲਬ ਰਹੇਗਾ। ਸੋ ਸਾਰਾ ਕੁਝ ਹੋਰ ਬੇਨਤੀ ਕਰਨੀ ਚਾਹੁੰਦਾ ਜੀ, ਜਿਵੇਂ ਮੈਂ ਪਹਿਲਾਂ ਕਿਹਾ ਕਿ ਸਰਕਾਰ ਤੇ ਇਸ ਗੱਲ ਵਾਸਤੇ ਦਬਾਅ ਪਾਉਣਾ ਚਾਹੀਦਾ ਕਿ ਉਹ ਇੱਕ ਸੂਚੀ ਤਿਆਰ ਕਰੇ, ਉਹ ਸੂਚੀ ਨੂੰ ਜਨਤਕ ਤੌਰ ਤੇ ਉਪਲਬਧ ਕਰਾਵੇ ਤੇ ਉੱਥੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਵਾਸਤੇ ਨਵੇਂ ਉਪਰਾਲੇ ਕਰੇ। ਸੋ ਮੈਂ ਸਾਰੇ ਸਰੋਤਿਆਂ ਨੂੰ ਵੀ ਇਹ ਬੇਨਤੀ ਕਰਦਾ ਕਿ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ ਸਾਨੂੰ ਆਇਡੈਂਟੀਫਾਈ ਕਰਨੇ ਚਾਹੀਦੇ ਆ ਉਹ ਸਪੌਟ ਜਿੱਥੇ ਜੰਗਲ ਹੈਗੇ ਆ। ਬਿਲਕੁਲ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਆਪਦੇ ਵੱਲੋਂ ਹੀ ਸਾਨੂੰ ਇੱਕ ਸੂਚੀ ਵੀ ਤਿਆਰ ਕਰਨੀ ਚਾਹੀਦੀ ਹੈ ਤੇ ਇਸ ਗੱਲ ਬਾਰੇ ਸਾਨੂੰ ਬਹੁਤ ਚੇਤੰਨ ਰਹਿਣਾ ਚਾਹੀਦਾ ਹੈ ਕਿ ਉਹ ਜਿੱਥੇ ਜੰਗਲ ਹੈਗੇ ਆ ਉਹਨਾਂ ਨੂੰ ਉਜਾੜ ਕੇ ਕਿਤੇ ਹੋਰ ਪ੍ਰੋਜੈਕਟ ਤਾਂ ਨਹੀਂ ਲੱਗ ਰਹੇ। ਕਈ ਵਾਰੀ ਹੁੰਦਾ ਕੀ ਹੈ ਕਿ ਇੱਕ ਗੱਲ ਆ ਜਿਹੜੀ ਉਹ ਮੁੱਦਾ ਬਣ ਜਾਂਦੀ ਹੈ, ਪਰ 10 ਉਹੋ ਜਿਹੀਆਂ ਹੋਰ ਗੱਲਾਂ ਜਿਹੜੀਆਂ ਉਹ ਮੁੱਦਾ ਬਣੇ ਤੋਂ ਬਿਨਾਂ ਹੀ ਵਾਪਰ ਜਾਂਦੀਆਂ। ਬਿਲਕੁਲ, ਸਾਨੂੰ ਇਸ ਗੱਲ ਬਾਰੇ ਵੀ ਚੇਤੰਨ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੰਨੀਆਂ ਵੀ ਥਾਵਾਂ ਤੇ ਜੰਗਲ ਹੈ ਉਹ ਸੁਰੱਖਿਅਤ ਰਹਿਣ। ਸੋ ਇਹ ਮੱਤੇਵਾੜਾ ਜੰਗਲ ਦਾ ਸੰਘਰਸ਼ ਹੈ ਜਿਹੜਾ, ਇਹ ਸਿਰਫ ਇੱਕ ਜੰਗਲ ਤੱਕ ਸੀਮਿਤ ਨਹੀਂ ਗਾ। ਜੇ ਇਸ ਵਾਰ ਲੋਕ ਸਰਕਾਰ ਨੂੰ ਫੈਸਲਾ ਵਾਪਸ ਲੈਣ ਦੇ ਵਿੱਚ ਮਜਬੂਰ ਕਰਨ ਲਈ ਕਾਮਯਾਬ ਹੋ ਗਏ ਤਾਂ ਇਹਦਾ ਆਉਣ ਵਾਲੇ ਭਵਿੱਖ ਤੇ ਪੰਜਾਬ ਦੇ ਉੱਤੇ ਬਹੁਤ ਚੰਗਾ ਅਸਰ ਪਊਗਾ। ਸੋ ਮੇਰੀ ਬੇਨਤੀ ਹੈ ਕਿ ਇਹਨੂੰ ਹਰ ਹੀਲਾ ਵਰਤ ਕੇ ਸੰਘਰਸ਼ ਨੂੰ ਲੜਨਾ ਚਾਹੀਦਾ ਤੇ ਜਿਹੜੇ ਵੀ ਲੋਕ ਜਿਹੜੇ ਪੰਜਾਬ ਦੇ ਸਾਹਿਤਕਾਰ ਨੇ, ਪੰਜਾਬ ਦੇ ਜਥੇਬੰਦੀਆਂ ਬਣੀਆਂ ਹੋਈਆਂ ਨੇ, ਲੋਕ ਪੱਖੀ, ਲੋਕ ਇਨਸਾਫ ਦੀਆਂ ਗੱਲਾਂ ਕਰਦੇ ਆ, ਉਹ ਬਹੁਤ ਹੱਦ ਤੱਕ ਹਜੇ ਤੱਕ ਚੁੱਪ ਬੈਠੇ ਆ ਤੇ ਉਹਨਾਂ ਨੇ ਕੋਈ ਖਾਸ ਰਿਐਕਸ਼ਨ ਨਹੀਂ ਦਿੱਤਾ।
ਸੋ ਇਹ ਗੱਲ ਵੀ ਆਮ ਲੋਕਾਂ ਨੂੰ ਸਾਰਿਆਂ ਨੂੰ ਨੋਟ ਕਰਨੀ ਚਾਹੀਦੀ ਹੈ, ਨੋਟਿਸ ਲੈਣਾ ਚਾਹੀਦਾ ਕਿ ਕੌਣ ਅਸਲ ਦੇ ਵਿੱਚ ਪੰਜਾਬ ਹਿਤੈਸ਼ੀ ਹੈ ਤੇ ਕੌਣ ਸਿਰਫ ਗੱਲਾਂ ਬਾਤਾਂ ਕਰਕੇ ਹੀ ਪੰਜਾਬ ਦੇ ਹੱਕ ਦੇ ਵਿੱਚ ਆਪਦੀ ਇਮੇਜ ਬਿਲਡ ਕਰ ਰਹੇ ਆ। ਸੋ ਇਸ ਗੱਲ ਬਾਰੇ ਚੇਤਨ ਰਹਿਣਾ ਚਾਹੀਦਾ। ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਤੇ ਤੁਸੀਂ ਬਹੁਤ ਵਧੀਆ ਜਿਹੜੇ ਤੱਥ ਜਾਣਕਾਰੀ ਸਾਡੇ ਸਾਰੇ ਸਾਹਮਣੇ ਲਿਆਂਦੀ ਹੈ। ਤਾਂ ਆਸ ਹੈ ਕਿ ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਸੀ, ਜਿਨ੍ਹਾਂ ਨੇ ਅੱਜ ਦੀ ਇਹ ਡਿਸਕਸ਼ਨ ਨੂੰ ਸੁਣਿਆ, ਤੇ ਤੁਸੀਂ ਇਹਨੂੰ ਅੱਗੇ ਵੀ ਆਪਣੇ ਪਰਿਵਾਰਾਂ ਦੇ ਨਾਲ ਸਾਂਝਾ ਕਰੋ। ਤੇ ਜਿਹੜੀ ਇਹ ਅਵੇਅਰਨੈਸ ਦੀ ਮੁਹਿੰਮ ਹੈ, ਅਸੀਂ ਬਾਹਰਲੇ ਦੇਸ਼ਾਂ ਵਿੱਚ ਬੈਠੇ ਹੋਏ ਸਿਰਫ ਜਿਹੜੀ ਅਵੇਅਰਨੈਸ ਜਿਹੜੀ ਕਰ ਸਕਦੇ ਹਾਂ, ਅਸੀਂ ਇਸ ਜਾਣਕਾਰੀ ਨੂੰ ਅੱਗੇ ਲੈ ਕੇ ਆਪਣੇ ਜਿਹੜੇ ਪੰਜਾਬ ਰਹਿੰਦੇ, ਕਿਉਂਕਿ ਪੰਜਾਬ ਰਹਿੰਦਿਆਂ ਵੀ ਦੇਖੋ, ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ ਕਿ ਪੰਜਾਬ ਰਹਿੰਦਿਆਂ ਵੀ ਸਾਨੂੰ ਸ਼ਾਇਦ ਮੱਤੇਵਾੜਾ ਦੇ ਜੰਗਲਾਂ ਬਾਰੇ ਨਹੀਂ ਪਤਾ ਸੀ, ਪਰ ਅੱਜ ਲੋੜ ਹੈ ਕਿ ਅਸੀਂ ਆਪਣੇ ਇਲਾਕਿਆਂ ਦੇ ਵਿੱਚ ਜ਼ਰੂਰ ਦੇਖੀਏ ਕਿ ਕਿੱਥੇ ਕਿੱਥੇ ਜੰਗਲਾਤ ਨੇ। ਆਪਾਂ ਉਹਦੀ ਸੂਚੀ ਜਿਹੜੀ ਹੈ, ਸਾਡੇ ਕੋਲ ਸੂਚੀਆਂ ਵੀ ਨਹੀਂ ਹੈਗੀਆਂ, ਅਸੀਂ ਉਹ ਸੂਚੀਆਂ ਤੇ ਕੰਮ ਕਰੀਏ। ਆਪਣੇ ਜਿਹੜੇ ਸੋਸ਼ਲ ਐਕਟੀਵਿਸਟ ਨੇ, ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਵੀ ਅਸੀਂ ਉੱਥੇ ਉਹਨਾਂ ਨੂੰ ਕਰੀਏ, ਉਹਨਾਂ ਨੂੰ ਕਿ ਸਾਵਧਾਨ ਕਰੀਏ ਉਹਨਾਂ ਨੂੰ ਕਿ ਉਹ ਵੀ ਜਿਹੜਾ ਇਸ ਪੱਖ ਤੋਂ ਜਿਹੜਾ ਕੰਮ ਲੈਣ, ਤੇ ਉਹ ਸਾਡੇ ਜੰਗਲਾਤ, ਸਾਡਾ এনवायरमेंट, ਸਾਡੀ ਕੁਦਰਤ ਜਿਹੜੀ ਹੈ ਉਹਨੂੰ ਬਚਾਉਣ ਦੇ ਲਈ ਕੋਈ ਮੁਹਿੰਮ ਤੋਰਨ, ਤੇ ਆਮ ਲੋਕਾਂ ਦੇ ਵਿੱਚ ਵੀ ਜਿਹੜੀ ਹੈ ਇਹ ਅਵੇਅਰਨੈਸ ਪੈਦਾ ਹੋਵੇ। ਸੋ ਬਹੁਤ ਜ਼ਰੂਰੀ ਹੈ ਜੀ, ਲੋਕ ਲਹਿਰ ਹੀ ਇਸ ਜਿਹੜੇ ਸੰਕਟ ਨੂੰ ਰੋਕ ਸਕਦੀ ਹੈ, ਤੇ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ, ਕਿਉਂਕਿ 4000 ਏਕੜ ਦੇ ਵਿੱਚ ਜਿਹੜਾ ਇਹ ਜੰਗਲ ਫੈਲਿਆ ਹੋਇਆ ਹੈ, ਇਹ ਪੰਜਾਬ ਦਾ ਇੱਕ ਸਭ ਤੋਂ ਵੱਡਾ ਜੰਗਲ ਹੈ। ਤੇ ਜੇ ਇੱਥੋਂ ਦੀ ਕੁਦਰਤ ਦੇ ਨਾਲ ਅਸੀਂ ਕਰੋਪੀ ਕਰਾਂਗੇ ਤਾਂ ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਪੰਜਾਬ ਨੂੰ ਭੁਗਤਣਾ ਪਏਗਾ। ਸੋ ਇੱਕ ਵਕਤ ਹੈ ਕਿ ਅੱਜ ਅਸੀਂ ਇੱਕ ਸਟੈਂਡ ਲਈਏ, ਤੇ ਇਹਦੇ ਵਾਸਤੇ ਅਸੀਂ ਇਕਜੁੱਟ ਹੋਈਏ। ਅਸੀਂ ਇਹਦੇ ਵਿੱਚ ਕੋਈ ਜਥੇਬੰਦੀ ਚ ਨਾ ਫਸੀਏ, ਸਾਰੇ ਏਕਤਾ ਦੇ ਨਾਲ ਕੰਮ ਕਰਕੇ ਆਪਣੇ এনवायरमेंट ਨੂੰ, ਆਪਣੇ ਕੁਦਰਤ ਨੂੰ ਬਚਾਈਏ ਜੀ। ਸੋ ਡਾਕਟਰ ਸਾਹਿਬ, ਜਾਣ ਤੋਂ ਪਹਿਲਾਂ ਜੇ ਤੁਸੀਂ ਕੋਈ ਆਖਰੀ ਕਮੈਂਟ, ਕੋਈ ਮੈਸੇਜ ਜਿਹੜਾ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਸਾਂਝਾ ਕਰ ਸਕਦੇ ਹੋ ਜੀ। ਆਖਰੀ ਕਮੈਂਟ ਮੇਰਾ ਇਹੀ ਹੈ ਕਿ ਜੰਗਲ ਹੈ ਜਿਹੜਾ, ਉਹ ਇੱਕ ਜਿਉਂਦੀ ਜਾਗਦੀ ਸ਼ੈ ਹੈ। ਉਹਦੇ ਨਾਲ ਸਾਨੂੰ ਪਿਆਰ ਪਾਉਣਾ ਚਾਹੀਦਾ, ਉਹਦੇ ਨਾਲ ਸਾਡਾ ਆਪਣਾ ਜੀਵਨ ਵੀ ਐਨਰਿਚ ਹੋਊਗਾ। ਮੈਂ ਆਹ ਜਿਹੜੀ ਜਗ੍ਹਾ ਤੇ ਬੈਠਾ, ਇੱਥੇ ਅਕਸਰ ਹੀ ਆ ਕੇ ਮੈਂ ਪੜ੍ਹਦਾ, ਮੈਂ ਆਪਦੇ ਥੀਸਿਸ ਦਾ ਹਿੱਸਾ ਵੀ ਇੱਥੇ ਬਹਿ ਕੇ ਲਿਖਿਆ ਕਾਫੀ। ਇਹੋ ਜਿਹੀਆਂ ਮੈਂ ਆਪਦੇ ਘਰ ਦੇ ਆਲੇ ਦੁਆਲੇ ਹੋਰ ਬਹੁਤ ਜਗ੍ਹਾਵਾਂ ਜਿਹੜੀਆਂ ਉਹ ਆਇਡੈਂਟੀਫਾਈ ਕੀਤੀਆਂ ਵੀ ਆ। ਮੈਨੂੰ ਲੱਗਦਾ ਹੈ ਵੀ ਜੇ ਮੈਂ ਇਹੋ ਜਿਹੀਆਂ ਜਗ੍ਹਾਵਾਂ ਮੇਰੇ ਘਰ ਦੇ ਨੇੜੇ ਨਾ ਹੁੰਦੀਆਂ ਤਾਂ ਮੇਰਾ ਜੀਵਨ ਜਿਹੜਾ ਹੁਣ ਨਾਲੋਂ ਬਹੁਤ ਗਰੀਬ ਹੋਣਾ ਸੀਗਾ ਅੰਦਰੂਨੀ ਪੱਖ ਤੋਂ। ਸੋ ਇਹੋ ਜਿਹੀਆਂ ਥਾਵਾਂ ਜਿਹੜੀਆਂ ਉਹ ਸਾਨੂੰ ਹਰ ਪਿੰਡ ਦੇ ਨੇੜੇ, ਹਰ ਸ਼ਹਿਰਾਂ ਦੇ ਗਲੀ ਮੁਹੱਲੇ ਦੇ ਨੇੜੇ, ਉਹ ਇਹੋ ਜਿਹੀਆਂ ਥਾਵਾਂ ਜਿਹੜੀਆਂ ਉਹ ਉਸਾਰਨੀਆਂ ਚਾਹੀਦੀਆਂ। ਜਿੱਥੇ ਵੀ ਸ਼ਹਿਰਾਂ ਦੇ ਵਿੱਚ ਨਵੀਂ ਡਿਵੈਲਪਮੈਂਟ ਹੁੰਦੀ ਹੈ, ਉੱਥੇ ਵੀ ਡਿਵੈਲਪਰ ਤੇ ਕੰਡੀਸ਼ਨ ਲੱਗਣੀ ਚਾਹੀਦੀ ਹੈ ਕਿ ਉਹ ਫੋਰੈਸਟ ਕਵਰ ਜਿਹੜਾ ਉਹ ਰੱਖੇ 10-20 ਏਕੜ, 50 ਏਕੜ, ਜਿੱਦੀ ਵੀ ਵੱਡੀ ਡਿਵੈਲਪਮੈਂਟ ਹੈ ਉਹਦੇ ਹਿਸਾਬ ਨਾਲ। ਸੋ ਇਹ ਗੱਲਾਂ ਬਹੁਤ ਜ਼ਰੂਰੀ ਨੇ। ਅਦਰਵਾਈਜ਼ ਤਾਂ ਜਿੱਧਰ ਨੂੰ ਪੰਜਾਬ ਦੀ ਗੱਲ ਜਾ ਰਹੀ ਆ, ਪੰਜਾਬ ਆ ਜਿਹੜਾ ਹੋਰ 20-30 ਸਾਲਾਂ ਦੇ ਵਿੱਚ ਰਹਿਣ ਯੋਗ ਹੀ ਨਹੀਂ ਰਹਿਣਾ। ਉੱਥੇ ਤਪਸ਼ੀ ਇੰਨੀ ਜ਼ਿਆਦਾ ਵੱਧ ਜਾਣੀ ਹੈ ਜਦੋਂ ਦਰਖਤ ਹੀ ਸਾਰੇ ਖਤਮ ਹੋ ਗਏ। ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਸੰਘਰਸ਼ ਨੂੰ ਪੰਜਾਬ ਦੀ ਹੋਂਦ ਦਾ ਸੰਘਰਸ਼ ਸਮਝ ਕੇ ਲੜਿਆ ਜਾਣਾ ਚਾਹੀਦਾ, ਨਾ ਕਿ ਸਿਰਫ ਇੱਕ ਇਲਾਕੇ ਦਾ ਮੁੱਦਾ ਸਮਝ ਕੇ ਲੜਿਆ ਜਾਣਾ ਚਾਹੀਦਾ। ਤੇ ਮੈਂ ਬੇਨਤੀ ਕਰਦਾ, ਮੈਂ ਪਹਿਲਾਂ ਵੀ ਫੇਸਬੁੱਕ ਰਾਹੀਂ ਵੀ ਕੀਤੀ ਸੀਗੀ, ਬਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮੇਰੀ ਬੇਨਤੀ ਹੈ ਕਿ ਉਹ ਅੱਗੇ ਹੋ ਕੇ ਅਗਵਾਈ ਕਰਨ ਇਸ ਸਾਰੇ ਸੰਘਰਸ਼ ਦੀ, ਤੇ ਹੋਰ ਵੀ ਸਮੂਹ ਸਿੱਖ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਵੀ ਅੱਗੇ ਹੋ ਕੇ ਇਸ ਸੰਘਰਸ਼ ਦੀ ਵਾਗਡੋਰ ਆ ਜਿਹੜੀ ਉਹ ਆਪਦੇ ਹੱਥ ਦੇ ਵਿੱਚ ਲੈਣੀ ਚਾਹੀਦੀ ਹੈ। ਸੋ ਇੰਨੀਆਂ ਕੁ ਬੇਨਤੀਆਂ ਮੈਂ ਕਰਦਾ ਹੋਇਆ ਕਿ ਮੈਂ ਤਾਂ ਜਾ ਚੁੱਕਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ। ਸੋ ਦੋਸਤੋ, ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ, ਸੋ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜੀ ਹੈ ਇਸ ਮੁਹਿੰਮ ਦਾ ਹਿੱਸਾ ਬਣੀਏ। ਅਸੀਂ ਇਕਜੁੱਟ ਹੋ ਕੇ ਜਿਹੜਾ ਹੈ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ, ਕਹਿੰਦੇ ਕਿ ਇਸ ਵਕਤ ਜਿਹੜੀ ਮੁਹਿੰਮ ਚੱਲ ਰਹੀ ਹੈ, ਮੱਤੇਵਾੜਾ ਜੰਗਲ ਬਚਾਓ, ਪੰਜਾਬ ਬਚਾਓ। ਸੋ ਅਸੀਂ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਅਸੀਂ ਜ਼ਰੂਰ ਆਪਣੇ ਜੰਗਲਾਤ ਨੂੰ ਜਿਹੜਾ ਜੀ ਉਹ ਬਚਾਈਏ। ਸੋ ਤੁਸੀਂ ਜੇ ਡਿਸਕਸ਼ਨ ਤੁਹਾਨੂੰ ਚੰਗੀ ਲੱਗੇ ਤਾਂ ਪਲੀਜ਼ ਇਹਨੂੰ ਅਵੇਅਰ ਕਰਨ ਲਈ ਲੋਕਾਂ ਨੂੰ ਜਿਹੜਾ ਇਹਨੂੰ ਅਸੀਂ ਹੋਰ ਅੱਗੇ ਪਹੁੰਚਾਈਏ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹੋਰ ਪੰਜਾਬ ਤੋਂ ਜਿਹੜੀਆਂ ਆਰਗੇਨਾਈਜੇਸ਼ਨਸ, ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਜਿਹੜੇ ਆਰਗੇਨਾਈਜੇਸ਼ਨਸ ਆਲਰੇਡੀ ਕੰਮ ਵੀ ਕਰ ਰਹੀਆਂ ਨੇ, ਸੋ ਪੰਜਾਬ ਦੇ ਵਿੱਚੋਂ ਜਿਹੜੀ ਇਸ ਲਹਿਰ ਨੂੰ ਚਲਾਉਣ ਦਾ ਜਿਹੜਾ ਉੱਦਮ ਮਿਲਿਆ, ਉਹ 60 ਆਰਗੇਨਾਈਜੇਸ਼ਨ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਪੇਜ ਹੈ, ਉਹਨਾਂ ਨੇ ਇੱਕ ਲਹਿਰ ਪੰਜਾਬ ਦੀ ਯੂਨੀਵਰਸਿਟੀਆਂ ਦੇ ਜਿਹੜੇ ਨੌਜਵਾਨ ਨੇ ਇਹਨਾਂ ਨੇ ਸ਼ੁਰੂ ਕੀਤੀ ਹੋਈ ਹੈ। ਸੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਬਾਕੀ ਦੁਨੀਆ ਨੂੰ ਇਸ ਪਾਸੇ ਜਗਾ ਰਹੇ ਨੇ। ਇਸ ਤੋਂ ਇਲਾਵਾ ਈਕੋ ਸਿੱਖ ਆਰਗੇਨਾਈਜੇਸ਼ਨ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ, ਜਿੰਨਾ ਵੀ ਮੀਡੀਆ ਭਾਈਚਾਰਾ ਇਸ ਬਾਰੇ ਕੰਮ ਕਰ ਰਿਹਾ, ਉਹਨਾਂ ਸਾਰਿਆਂ ਦਾ ਧੰਨਵਾਦ ਹੈ। ਤਾਂ ਆਓ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਉਪਰਾਲਾ ਕਰੀਏ ਤੇ ਆਪਣੇ ਪੰਜਾਬ ਨੂੰ ਜਿਹੜਾ ਬਚਾਉਣ ਦੀ ਜਿਹੜੀ ਇਹ ਲਹਿਰ ਹੈ ਇਹਦੇ ਨਾਲ ਜੁੜੀਏ। ਸੋ ਬਹੁਤ ਬਹੁਤ ਧੰਨਵਾਦ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸੇ ਮੁਹਿੰਮ ਦੇ ਤਹਿਤ ਜਿਹੜੀ ਹੋਰ ਜਾਣਕਾਰੀ ਹੈ ਤੁਹਾਡੇ ਨਾਲ ਲੈ ਕੇ ਜੁੜਦੇ ਰਵਾਂਗੇ। ਅੱਜ ਦਾ ਪ੍ਰੋਗਰਾਮ ਦੇਖਣ ਲਈ
ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।